ਤੁਹਾਨੂੰ याद होएगा कि पिछले ਲੈਕਚਰ ਦੇ ਵਿੱਚ ਆਪਾਂ ਗੱਲਬਾਤ ਕੀਤੀ ਸੀ ਅਬਾਊਟ ਦ ਇਲੈਕਟ੍ਰਿਕ ਜਨਰੇਟਰ। ਇਲੈਕਟ੍ਰਿਕ ਜਨਰੇਟਰ ਦੇ ਵਿੱਚ ਜੋ ਆਪਣਾ ਫਿਨੋਮੀਨਾ ਯੂਜ਼ ਹੋਇਆ ਸੀ ਉਹ ਸੀ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ। ਸੋ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਦੇ ਵਿੱਚ ਆਪਾਂ ਦੇਖਿਆ ਕਿ ਜਦੋਂ ਆਪਾਂ ਇੱਕ ਕੰਡਕਟਰ ਨੂੰ ਪਲੇਸ ਕਰੀਏ ਇਨ ਅ ਮੈਗਨੈਟਿਕ ਫੀਲਡ ਔਰ ਆਪਾਂ ਉਸ ਕੰਡਕਟਰ ਨੂੰ ਮੂਵ ਕਰਵਾਈਏ ਦੈਨ ਉਸ ਮੂਵਮੈਂਟ ਦੇ ਨਾਲ ਕੀ ਹੈ ਉਸ ਕੰਡਕਟਰ ਦੇ ਵਿੱਚ ਕਰੰਟ ਇੰਡਿਊਸ ਹੁੰਦਾ ਹੈ। या फिर दूसरा वे की है अगर आप उस कंडक्टर ਨੂੰ ਇੱਕ ਵੇਅਰਿੰਗ ਮੈਗਨੈਟਿਕ ਫੀਲਡ ਦੇ ਵਿੱਚ ਪਲੇਸ ਕਰੀਏ। ਵੇਅਰਿੰਗ ਮੀਨਸ ਜੋ ਮੈਗਨੈਟਿਕ ਫੀਲਡ ਹੈ ਉਹਨੂੰ ਆਪਾਂ ਚੇਂਜ ਕਰ ਰਹੇ ਹਾਂ, ਉਹਦੀ ਜੋ ਵੈਲਿਊ ਹੈ ਮੀਨਸ ਉਹਨੂੰ ਕਾਂਸਟੈਂਟ ਨਹੀਂ ਰੱਖ ਰਹੇ, ਉਦੋਂ ਵੀ ਕੀ ਹੈ ਜੋ ਕੰਡਕਟਰ ਦੇ ਵਿੱਚ ਕੀ ਹੈ ਕਰੰਟ ਇੰਡਿਊਸ ਹੁੰਦਾ ਹੈ। ਉਸੇ ਫਿਨੋਮੀਨਾ ਨੂੰ ਆਪਾਂ ਨਾਮ ਦਿੱਤਾ ਸੀ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ। ਸੋ ਉਹ ਫਿਨੋਮੀਨਾ ਯੂਜ਼ ਕਰਕੇ ਆਪਾਂ ਇਲੈਕਟ੍ਰਿਕ ਜਨਰੇਟਰ ਦੇ ਬਾਰੇ ਪੜ੍ਹਿਆ। ਇਲੈਕਟ੍ਰਿਕ ਜਨਰੇਟਰ ਦੇ ਵਿੱਚ ਪਲੱਸ ਆਪਾਂ ਇੱਕ ਹੋਰ ਇੰਪੋਰਟੈਂਟ ਰੂਲ ਦੀ ਗੱਲ ਕੀਤੀ, ਉਹ ਰੂਲ ਸੀ ਆਪਣਾ ਫਲੇਮਿੰਗਸ ਰਾਈਟ ਹੈਂਡ ਰੂਲ। ਸੋ ਫਲੇਮਿੰਗਸ ਰਾਈਟ ਹੈਂਡ ਰੂਲ ਆਪਾਂ ਨੂੰ ਕਿਉਂ ਯੂਜ਼ ਕਰਨਾ ਪਿਆ? to know about the direction of induced current कि जो कंडक्टर ਦੇ ਵਿੱਚ induced current produce ਹੋ ਰਿਹਾ ਹੈ ਉਹ ਕਿਸ direction ਦੇ ਵਿੱਚ produce ਹੋ ਰਿਹਾ ਹੈ। ਸੋ ਉਹਨੂੰ ਥੋੜਾ ਜਿਹਾ ਰਿਵਾਈਜ਼ ਕਰੀਏ। ਸੋ ਉਹਦੇ ਵਿੱਚ ਆਪਾਂ ਕੀ ਕੀਤਾ, ਫਲੇਮਿੰਗਸ ਰਾਈਟ ਹੈਂਡ ਰੂਲ ਦੇ ਵਿੱਚ ਆਪਾਂ ਰਾਈਟ ਹੈਂਡ ਯੂਜ਼ ਕਰਾਂਗੇ ਔਰ ਫਸਟ two fingers and the thumb। so thumb, first finger और middle finger ਨੂੰ ਆਪਾਂ mutually stretch ਕਰਾਂਗੇ in perpendicular directions। first finger direction point ਕਰੇਗੀ in the direction of magnetic field, थंब पॉइंट करेगा इन द डायरेक्शन ऑफ मोशन ऑफ कंडक्टर। मीनस आप एक मैगनेटिक फील्ड कंडक्टर रखिया, मैगनेटिक फील्ड की डायरेक्शन नाल आप कंडक्टर ਨੂੰ मूव करवाया, किस डायरेक्शन च मूव करवाया। दैन जो मिडल फिंगर है ਆਪਾਂ ਨੂੰ डायरेक्शन देगी कि इंड्यूस करंट ਕਿਹੜੀ डायरेक्शन च प्रोड्यूस हो रहा है। सो ये सी फ्लेमिंग्स राइट हैंड रूल। सो ये सब चीज़ां ਕਰਨ ਤੋਂ ਬਾਅਦ ਹੁਣ ਆਪਣੇ ਕੋਲ ਕੀ ਹੈ ਆਲਮੋਸਟ ਇੱਕ ਐਂਡ ਤੇ ਲਾਸਟ ਟੌਪਿਕ ਬਚਦਾ ਹੈ ਇਸ ਚੈਪਟਰ ਦਾ, ਉਹਦੀ ਗੱਲ ਹੁਣ ਆਪਾਂ ਅੱਜ ਕਰਾਂਗੇ ਔਰ ਉਸ ਟੌਪਿਕ ਦਾ ਨਾਮ ਹੈ ਡੋਮੈਸਟਿਕ ਇਲੈਕਟ੍ਰਿਕ ਸਰਕਿਟਸ। ਸੋ ਡੋਮੈਸਟਿਕ ਇਲੈਕਟ੍ਰਿਕ ਸਰਕਿਟ ਨਾਮ ਤੋਂ ਹੀ ਕਾਫੀ ਕਲੀਅਰ ਹੈ ਕਿ ਡੋਮੈਸਟਿਕ ਮੀਨਸ ਜੋ ਆਪਾਂ ਆਪਣੇ ਘਰਾਂ ਦੇ ਵਿੱਚ ਜੋ ਇਲੈਕਟ੍ਰਿਕ ਸਰਕਿਟਰੀ ਆਪਣੀ ਯੂਜ਼ ਹੋਈ ਹੈ, ਸੋ ਜੋ ਵਾਇਰਿੰਗ ਯੂਜ਼ ਹੋਈ ਹੈ ਕਿਸ ਤਰ੍ਹਾਂ ਹੈ, ਸੋ ਉਹਦੇ ਵਿੱਚ ਕਿਹੜੀਆਂ ਵਾਇਰਸ ਯੂਜ਼ ਹੁੰਦੀਆਂ ਹਨ, ਕਿਹੜੀ ਵਾਇਰ ਰਿਸਪੌਂਸਿਬਲ ਹੈ ਜਿਹਦੇ ਥਰੂ ਆਪਣੀ ਇਲੈਕਟ੍ਰਿਸਿਟੀ ਘਰਾਂ 'ਚ ਆਉਂਦੀ ਹੈ ਔਰ ਇਹ ਸਾਰਾ ਪ੍ਰੋਸੈਸ ਕਿਸ ਤਰ੍ਹਾਂ ਚੱਲਦਾ ਹੈ। ਇਹ ਸਾਰੀਆਂ ਚੀਜ਼ਾਂ ਬਾਰੇ ਕੀ ਹੈ ਆਪਾਂ ਇਸ ਟੌਪਿਕ ਦੇ ਵਿੱਚ ਹੁਣ ਕੁਝ ਡਿਟੇਲ ਦੇ ਵਿੱਚ ਪੜਾਂਗੇ। ਸੋ ਫਸਟ ਆਫ ਆਲ ਤਾਂ ਆਪਣੇ ਘਰਾਂ ਦੇ ਵਿੱਚ ਜਿਹੜੀ ਪਾਵਰ ਸਪਲਾਈ ਆ ਰਹੀ ਹੈ, ਸੋ ਉਹ ਪਾਵਰ ਸਪਲਾਈ ਕੀ ਹੈ ਇੱਕ ਮੇਨ ਸਪਲਾਈ ਦੇ ਥਰੂ ਆਉਂਦੀ ਹੈ। ਮੇਨ ਸਪਲਾਈ ਜਾਂ ਫਿਰ ਉਹਨੂੰ ਆਪਾਂ ਜਨਰਲੀ ਮੇਨਸ ਵੀ ਬੋਲ ਦਿੰਦੇ ਹਾਂ, ਮੇਨ ਸਪਲਾਈ ਜਾਂ ਫਿਰ ਉਹਨੂੰ ਸਿੰਪਲੀ ਆਪਾਂ ਮੇਨਸ ਵੀ ਬੋਲਦੇ ਹਾਂ। ਔਰ ਉਹ ਜੋ ਸਪਲਾਈ ਹੈ ਉਹਨੂੰ ਕਿੱਥੋਂ ਸਪੋਰਟ ਮਿਲਦੀ ਹੈ, ਦੈਟ ਇਜ਼ ਕਨੈਕਟਡ ਟੂ ਦ ਓਵਰਹੈਡ ਪੋਲਸ। ਸੋ ਜਿਹੜੇ ਪੋਲਸ ਪ੍ਰੈਜ਼ੈਂਟ ਹਨ ਆਪਣੇ ਘਰਾਂ ਦੇ ਆਸ-ਪਾਸ, ਸੋ ਉਹਦੇ ਥਰੂ ਉਹਨੂੰ ਕੀ ਹੈ ਕਨੈਕਸ਼ਨ ਮਿਲਦਾ ਹੈ ਜਾਂ ਫਿਰ ਕੀ ਹੈ ਅੰਡਰਗਰਾਉਂਡ ਜੋ ਕੇਬਲਸ ਹੁੰਦੀਆਂ ਹਨ ਉਹਨਾਂ ਦੇ ਨਾਲ ਕੀ ਹੈ ਉਹਨੂੰ ਸਪੋਰਟ ਮਿਲਦੀ ਹੈ ਕਿਸ ਚੀਜ਼ ਨੂੰ, ਦ ਮੇਨ ਸਪਲਾਈ ਨੂੰ। ਸੋ ਦੈਟ ਇਜ਼ ਕਨੈਕਟਡ ਜਾਂ ਦੈਟ ਇਜ਼ ਸਪੋਰਟਡ ਥਰੂ ਓਵਰਹੈਡ ਪੋਲਸ। ਅੰਡਰਗਰਾਉਂਡ ਮੀਨਸ ਜੋ ਧਰਤੀ ਦੇ ਨੀਚੇ ਆਪਾਂ ਕੀ ਹੈ ਵਾਇਰਿੰਗ ਵਗੈਰਾ ਹੁੰਦੀ ਹੈ, ਸੋ ਕੇਬਲਸ ਕੀ ਹੈ ਵਾਇਰ ਦੇ ਲਈ ਵਰਡ ਯੂਜ਼ ਕੀਤਾ ਗਿਆ ਹੈ, ਦੈਟ ਇਜ਼ ਅੰਡਰਗਰਾਉਂਡ ਕੇਬਲਸ। ਹੁਣ ਆਪਾਂ ਵਾਇਰਸ ਦੀ ਗੱਲ ਕਰੀਏ। ਸੋ ਜਿਹੜੀ ਆਪਣੀ ਘਰਾਂ 'ਚ ਵਾਇਰਿੰਗ ਯੂਜ਼ ਹੁੰਦੀ ਹੈ ਉਹਦੇ 'ਚ ਪਹਿਲੇ ਦੋ ਵਾਇਰਸ ਦੀ ਗੱਲ ਕਰਦੇ ਹਾਂ। ਇੱਕ ਵਾਇਰ ਹੈ ਜਿਹਦਾ ਜੋ ਆਊਟਰ ਇਨਸੂਲੇਸ਼ਨ ਕਵਰ ਹੈ, ਮੀਨਸ ਜੋ ਵਾਇਰ ਹੈ ਬਾਹਰੋਂ ਉਹਨੂੰ ਇਨਸੂਲੇਟ ਕੀਤਾ ਜਾਂਦਾ ਹੈ, ਦੈਟ ਇਜ਼ ਆਫ ਰੈੱਡ ਕਲਰ। ਸੋ ਜਿਹੜੀ ਰੈੱਡ ਕਲਰ ਦੀ ਇਨਸੂਲੇਸ਼ਨ ਯੂਜ਼ ਕੀਤੀ ਜਾਂਦੀ ਹੈ ਜਿਸ ਵਾਇਰ ਦੇ ਉੱਪਰ, ਉਹਨੂੰ ਆਪਾਂ ਬੋਲਦੇ ਹਾਂ ਲਾਈਵ ਵਾਇਰ ਜਾਂ ਫਿਰ ਇਹਨੂੰ ਆਪਾਂ ਕੀ ਹੈ ਐਟ ਪੋਜ਼ਿਟਿਵ ਪੋਟੈਂਸ਼ੀਅਲ ਕੀ ਹੈ ਲੈ ਕੇ ਚੱਲਦੇ ਹਾਂ। ਸੈਕਿੰਡ ਵਾਇਰ ਜੋ ਕਿ ਹੈ ਨਾਰਮਲੀ ਬਲੈਕ ਇਨਸੂਲੇਸ਼ਨ ਦੀ ਹੁੰਦੀ ਹੈ ਜਾਂ ਅੱਜ ਕੱਲ੍ਹ ਕੀ ਹੈ ਬਲੈਕ ਦੀ ਜਗ੍ਹਾ ਬਲੂ ਕਲਰ ਵੀ ਯੂਜ਼ ਹੋਣਾ ਸ਼ੁਰੂ ਹੋ ਗਿਆ ਹੈ, ਬਲੈਕ ਆਈਦਰ ਬਲੂ insulation। so live wire with red insulation and ਜੋ ਕੀ ਹੈ positive potential ਦੇ ਹੈ। black ਜਾਂ blue color ਦੀ ਜੋ insulation ਵਾਲੀ ਵਾਇਰ ਹੈ ਉਹਨੂੰ ਆਪਾਂ ਬੋਲਦੇ ਹਾਂ neutral wire ਔਰ ਉਹਨੂੰ ਆਪਾਂ ਲੈ ਕੇ ਚੱਲਦੇ ਹਾਂ that ਇਹ ਕੀ ਹੈ negative potential ਦੇ ਉੱਪਰ ਹੈ। ਔਰ ਜੋ potential difference ਹੁੰਦਾ ਹੈ between these two wires because current ਤਾਂ ਹੀ flow ਕਰੇਗਾ ਅਗਰ ਆਪਣੇ ਕੋਲ ਕੀ ਹੈ ਇੱਕ potential difference ਹੋਏਗਾ। so potential difference ਦੀ ਵਜ੍ਹਾ ਦੇ ਨਾਲ ਕੀ ਹੈ ਚਾਰਜ flow ਕਰੇਗਾ, so electric current ਕੀ ਹੈ ਆਪਣਾ flow ਹੋਏਗਾ। so ਲਾਈਵ ਵਾਇਰ ਔਰ ਨਿਊਟਰਲ ਵਾਇਰ ਇੱਕ ਪੋਜ਼ਿਟਿਵ ਪੋਟੈਂਸ਼ੀਅਲ ਤੇ ਹੈ, ਇੱਕ ਨੈਗੇਟਿਵ ਪੋਟੈਂਸ਼ੀਅਲ ਤੇ ਹੈ। ਸੋ ਇਹਨਾਂ ਦੇ ਅਕ੍ਰੋਸ ਕੀ ਹੈ ਇੱਕ ਪੋਟੈਂਸ਼ੀਅਲ ਡਿਫਰੈਂਸ ਹੁੰਦਾ ਹੈ। ਸੋ ਇਨ ਆਰ ਕੰਟਰੀ ਜੋ ਪੋਟੈਂਸ਼ੀਅਲ ਡਿਫਰੈਂਸ ਇਹਨਾਂ ਦੇ ਅਕ੍ਰੋਸ ਪ੍ਰੈਜ਼ੈਂਟ ਹੈ ਬਿਟਵੀਨ ਦ ਲਾਈਵ ਵਾਇਰ ਔਰ ਨਿਊਟਰਲ ਵਾਇਰ, that potential difference is about 220 volts। so potential difference 220 volts for our country। so India ਦੇ ਵਿੱਚ ਇਹਨਾਂ ਦੇ ਵਿੱਚ across 220 volt potential difference required ਹੈ ਜਾਂ ਫਿਰ use ਕੀਤਾ ਜਾਂਦਾ ਹੈ। ਹੁਣ ਅਗਰ ਇੱਕ ਨਾਰਮਲ ਜੀ ਐਗਜ਼ਾਮਪਲ ਤੋਂ ਸ਼ੁਰੂ ਕਰੀਏ, ਜਿਵੇਂ ਅਗਰ ਆਪਾਂ ਟਰੈਵਲ ਕਰ ਰਹੇ ਹਾਂ ਥਰੂ ਅ ਹਾਈਵੇ। ਸੋ ਹਾਈਵੇ ਤੇ ਅਗਰ ਆਪਾਂ ਕਾਰ ਦੇ ਥਰੂ ਟਰੈਵਲ ਕਰ ਰਹੇ ਹਾਂ ਦੈਨ ਉੱਥੇ ਕੀ ਹੈ ਆਪਣੀ ਸਪੀਡ ਥੋੜੀ ਫਾਸਟ ਹੋਏਗੀ। ਜਦੋਂ ਆਪਾਂ ਐਂਟਰ ਕਰੀਏ ਕਿਸੇ ਸਿਟੀ ਦੇ ਵਿੱਚ,
ਸਿਟੀ ਮੰਸ ਸ਼ਹਿਰ ਦੇ ਵਿੱਚ ਆ ਗਏ ਦੈਨ ਉੱਥੇ ਕੀ ਆਪਾਂ ਆਪਣੀ ਥੋੜੀ ਸਪੀਡ ਕੀ ਹੈ ਥੋੜੀ ਸਲੋ ਹੋ ਜਾਂਦੀ ਹੈ, ਜਾਂ ਫਿਰ ਅਗਰ ਆਪਾਂ ਉਸ ਤੋਂ ਬਾਅਦ ਕਿਸੇ ਬਾਜ਼ਾਰ ਦੇ ਵਿੱਚ ਐਂਟਰ ਕਰੀਏ, ਬਾਜ਼ਾਰ 'ਚ ਕੀ ਹੈ ਹੋਰ ਵੀ ਜ਼ਿਆਦਾ ਰਸ਼ ਹੋਏਗਾ, ਉੱਥੇ ਕੀ ਹੈ ਆਪਣੀ ਸਪੀਡ ਆਟੋਮੈਟਿਕਲੀ ਥੋੜੀ ਹੋਰ ਸਲੋ ਹੋ ਜਾਏਗੀ। ਸੋ ਥੋੜਾ ਜਿਹਾ ਰਿਲੇਟ ਕਰਵਾਉਣ ਦੇ ਲਈ ਮੈਂ ਇੱਕ ਐਗਜ਼ਾਮਪਲ ਦਿੱਤੀ ਹੈ। ਸੋ ਉਸੇ ਤਰ੍ਹਾਂ ਜੋ ਆਪਣੇ ਕੋਲ ਜਿਹੜੀ ਇਲੈਕਟ੍ਰਿਸਿਟੀ ਆ ਰਹੀ ਹੈ ਸੋ ਪਾਵਰ ਹਾਊਸਿਸ ਦੇ ਥਰੂ। ਸੋ ਫਰਸਟ ਆਫ ਆਲ ਜੋ ਫਰਸਟ ਪੁਆਇੰਟ ਕੀ ਹੈ ਉਹ ਹੈ ਪਾਵਰ ਹਾਊਸਿਸ। ਸੈਕੰਡ ਕੀ ਆਏਗਾ ਡਿਸਟ੍ਰੀਬਿਊਸ਼ਨ ਸੈਂਟਰ, ਮਤਲਬ ਜਿੱਥੋਂ ਦੀ ਇਲੈਕਟ੍ਰਿਸਿਟੀ ਅਲੱਗ-ਅਲੱਗ ਘਰਾਂ ਦੇ ਵਿੱਚ ਅਲੱਗ-ਅਲੱਗ ਏਰੀਆਜ਼ ਦੇ ਵਿੱਚ ਕੀ ਹੈ ਡਿਸਟ੍ਰੀਬਿਊਟ ਹੋਣੀ ਹੈ। ਸੋ ਪਾਵਰ ਹਾਊਸਿਸ ਤੋਂ ਬਾਅਦ ਕੀ ਹੈ ਡਿਸਟ੍ਰੀਬਿਊਸ਼ਨ ਸੈਂਟਰ, ਜਾਂ ਕੋਈ ਲੋਕਲ ਏਰੀਆ ਵੀ ਲੈ ਸਕਦੇ ਹਾਂ। ਸੋ ਇਨ ਬਿਟਵੀਨ ਕੀ ਕੀਤਾ ਜਾਂਦਾ ਹੈ, ਸੋ ਇੱਥੇ ਕੀ ਹੈ ਇੱਕ ਟਰਾਂਸਫਾਰਮਰ ਨੂੰ ਯੂਜ਼ ਕੀਤਾ ਜਾਂਦਾ ਹੈ। ਹੁਣ ਟਰਾਂਸਫਾਰਮਰ ਕੀ ਹੈ, ਜੋ ਹੁਣ ਵੋਲਟੇਜ ਆਪਾਂ ਪਾਵਰ ਹਾਊਸਿਸ ਤੋਂ ਲੈ ਰਹੇ ਹਾਂ, ਸੋ ਟਰਾਂਸਫਾਰਮਰ ਦੇ ਨਾਲ ਆਪਾਂ ਕੀ ਹੈ ਉਸ ਵੋਲਟੇਜ ਦੀ ਵੈਲਿਊ ਨੂੰ ਉਹਨੂੰ ਹਾਈ ਅਪ ਵੀ ਕਰ ਸਕਦੇ ਹਾਂ, ਇਨਕਰੀਜ਼ ਵੀ ਕਰ ਸਕਦੇ ਹਾਂ, ਔਰ ਉਹਨੂੰ ਆਪਾਂ ਡਿਕਰੀਜ਼ ਵੀ ਕਰ ਸਕਦੇ ਹਾਂ ਜਿੰਨੀ ਆਪਣੇ ਕੋਲ ਪਿੱਛੋਂ ਦੀ ਆ ਰਹੀ ਹੈ। ਸੋ ਜਿਹੜਾ ਇੱਕ ਇੱਥੇ ਟਰਾਂਸਫਾਰਮਰ ਯੂਜ਼ ਹੁੰਦਾ ਹੈ ਪਲੱਸ ਇੱਕ ਟਰਾਂਸਫਾਰਮਰ ਇੱਥੇ ਯੂਜ਼ ਹੁੰਦਾ ਹੈ। ਸੋ ਟਰਾਂਸਫਾਰਮਰ ਨੂੰ ਆਪਾਂ ਯੂਜ਼ ਕਰਦੇ ਹਾਂ ਟੂ ਸਟੈਪ ਅਪ ਔਰ ਸਟੈਪ ਡਾਊਨ ਦਾ ਵੋਲਟੇਜ। ਸੋ ਇੱਥੇ ਜਿਹੜਾ ਟਰਾਂਸਫਾਰਮਰ ਆਪਾਂ ਯੂਜ਼ ਕਰ ਰਹੇ ਹਾਂ ਇੱਥੇ ਹੋਏਗਾ ਆਪਣਾ ਸਟੈਪ ਅਪ ਟਰਾਂਸਫਾਰਮਰ, ਮੀਨਸ ਆਪਾਂ ਇੱਥੇ ਜੋ ਵੋਲਟੇਜ ਦੀ ਵੈਲਿਊ ਹੈ ਉਹਨੂੰ ਕੀ ਕਰਾਂਗੇ ਸਟੈਪ ਅਪ। ਮੀਨਸ ਜਦੋਂ ਇੱਥੋਂ ਸਟਾਰਟ ਹੋਈ ਪਾਵਰ ਹਾਊਸ ਤੋਂ, ਉੱਥੋਂ ਸਟਾਰਟ ਹੋਈ ਦੈਨ ਉਹਦੀ ਵੋਲਟੇਜ ਨੂੰ ਹੋਰ ਸਟੈਪ ਅਪ ਕੀਤਾ ਗਿਆ, ਬਿਕੋਜ਼ ਬਹੁਤ ਦੂਰ ਦੂਰ ਤੱਕ ਕੀ ਹੈ ਆਪਾਂ ਨੂੰ ਇਲੈਕਟ੍ਰਿਸਿਟੀ ਪਹੁੰਚਾਉਣੀ ਹੈ। ਸਟੈਪ ਅਪ ਕਰਨ ਤੋਂ ਬਾਅਦ ਡਿਸਟ੍ਰੀਬਿਊਸ਼ਨ ਸੈਂਟਰ ਤੱਕ ਆਈ, ਲੇਕਿਨ ਡਿਸਟ੍ਰੀਬਿਊਸ਼ਨ ਸੈਂਟਰ ਤੋਂ ਜਦ ਆਪਣੇ ਲੋਕਲ ਏਰੀਆਜ਼ ਦੇ ਵਿੱਚ ਜਾਂ ਘਰਾਂ ਦੇ ਵਿੱਚ ਜਦ ਬਿਜਲੀ ਆਉਣੀ ਹੈ ਇਲੈਕਟ੍ਰਿਸਿਟੀ ਆਉਣੀ ਹੈ ਦੈਨ ਅਗੇਨ ਇਨ ਬਿਟਵੀਨ ਕੀ ਹੈ ਇੱਕ ਟਰਾਂਸਫਾਰਮਰ ਯੂਜ਼ ਕੀਤਾ ਜਾਂਦਾ ਹੈ, ਔਰ ਇਸ ਟਰਾਂਸਫਾਰਮਰ ਦੇ ਥਰੂ ਜਿਹੜੀ ਆਪਣੇ ਕੋਲ ਵੋਲਟੇਜ ਆ ਰਹੀ ਹੈ ਉਹਨੂੰ ਕੀ ਹੈ ਹੁਣ ਇੱਥੇ ਸਟੈਪ ਡਾਊਨ ਕੀਤਾ ਜਾਂਦਾ ਹੈ। ਸੋ ਇਦਾਂ ਨਹੀਂ ਹੈ ਕਿ ਜੋ ਵੋਲਟੇਜ ਇੱਥੇ ਹਾਈ ਅਮਾਊਂਟ ਆਫ ਵੋਲਟੇਜ ਆ ਰਹੀ ਹੈ ਉਹੀ ਹਾਈ ਅਮਾਊਂਟ ਆਫ ਵੋਲਟੇਜ ਆਪਾਂ ਨੂੰ ਘਰਾਂ 'ਚ ਮਿਲ ਰਹੀ ਹੈ। ਇੱਥੇ ਕੀ ਹੈ ਪਹਿਲੇ ਜੋ ਵੋਲਟੇਜ ਪਾਵਰ ਹਾਊਸ ਤੋਂ ਆਈ ਸੋ ਉਹਨੂੰ ਆਪਾਂ ਕੀ ਕੀਤਾ ਸਟੈਪ ਅਪ ਕੀਤਾ, ਉਹਦੀ ਵੈਲਿਊ ਇਨਕਰੀਜ਼ ਕੀਤੀ, ਵੋਲਟੇਜ ਵਧਾਈ, ਡਿਸਟ੍ਰੀਬਿਊਸ਼ਨ ਸੈਂਟਰ ਤੱਕ ਪਹੁੰਚਿਆ, ਦੈਨ ਜਦ ਅੱਗੇ ਡਿਸਟ੍ਰੀਬਿਊਸ਼ਨ ਕਰਨੀ ਹੈ ਟੂ ਦ ਡਿਫਰੈਂਟ ਏਰੀਆਜ਼ ਉੱਥੇ ਕੀ ਹੈ ਆਪਾਂ ਅਗੇਨ ਟਰਾਂਸਫਾਰਮਰ ਯੂਜ਼ ਕਰਾਂਗੇ ਔਰ ਉੱਥੇ ਆਪਾਂ ਕੀ ਕਰਾਂਗੇ ਵੋਲਟੇਜ ਨੂੰ ਸਟੈਪ। ਸੋ ਇਸ ਤਰ੍ਹਾਂ ਕੀ ਆਪਣੇ ਘਰਾਂ ਦੇ ਵਿੱਚ ਜਿਹੜੀ ਵੋਲਟੇਜ ਆ ਰਹੀ ਹੈ ਉਹ ਕੀ ਹੈ ਆਫਟਰ ਪਾਸਿੰਗ ਥਰੂ ਟਰਾਂਸਫਾਰਮਰ ਉਹਦੀ ਵੈਲਿਊ ਕੀ ਹੈ ਸਟੈਪ ਡਾਊਨ ਹੋ ਕੇ ਆਪਾਂ ਨੂੰ ਘਰਾਂ ਦੇ ਵਿੱਚ ਰਿਸੀਵ ਹੁੰਦੀ ਹੈ। ਸੋ ਇਹ ਸੀ ਬਾਹਰ ਦੀ ਗੱਲ। ਹੁਣ ਆਪਾਂ ਘਰ ਦੇ ਵਿੱਚ ਦੇਖੀਏ ਕਿ ਇਲੈਕਟ੍ਰਿਸਿਟੀ ਕਿਸ ਤਰ੍ਹਾਂ ਟਰੈਵਲ ਕਰਦੀ ਹੈ ਔਰ ਕਿਹੜੀ ਵਾਇਰ ਦੇ ਥਰੂ ਕਿਸ ਤਰ੍ਹਾਂ ਅੱਗੇ ਜਾਏਗੀ। ਸੋ ਉਹਦੇ ਲਈ ਪਹਿਲਾਂ ਇੱਕ ਡਾਇਗਰਾਮ ਸ਼ੋ ਕਰਾਂਗੀ ਮੈਂ, ਦੈਨ ਆਪਾਂ ਡਿਸਕਸ ਕਰਾਂਗੇ। ਸੋ ਜਿਹੜੀਆਂ ਦੋ ਵਾਇਰਸ ਦੀ ਮੈਂ ਗੱਲ ਕੀਤੀ ਹੈ ਲਾਈਵ ਵਾਇਰ ਔਰ ਨਿਊਟਰਲ ਵਾਇਰ, ਉਹ ਦੋਨੋਂ ਵਾਇਰਸ ਕੀ ਹੈ ਪੋਲਸ ਤੋਂ ਆ ਰਹੀਆਂ ਹਨ, ਜੋ ਖੰਭੇ ਲਗਾਏ ਗਏ ਹੁੰਦੇ ਹਨ ਆਪਣੇ ਘਰਾਂ ਦੇ ਆਸ-ਪਾਸ ਉਹਨਾਂ ਤੋਂ ਜਿਹੜੀਆਂ ਦੋ ਵਾਇਰਸ ਆ ਰਹੀਆਂ ਹਨ ਲਾਈਵ ਵਾਇਰ ਔਰ ਨਿਊਟਰਲ ਵਾਇਰ। ਸੋ ਮੰਨ ਲਓ ਇਹ ਦੋ ਵਾਇਰਸ। ਇਸ ਚੀਜ਼ ਤੋਂ ਪਹਿਲੇ ਇੱਕ ਚੀਜ਼ ਹੋਰ ਦੱਸਣਾ ਚਾਹਾਂਗੀ ਕਿ ਜਿਵੇਂ ਆਪਾਂ ਘਰਾਂ ਦੇ ਵਿੱਚ ਸੌਕੇਟਸ ਦੇਖਦੇ ਹਾਂ, ਸੌਕੇਟ ਦੇ ਵਿੱਚ ਕੀ ਹੁੰਦਾ ਹੈ, ਕਿਦਾਂ ਦਾ ਸਟਰਕਚਰ ਹੁੰਦਾ ਹੈ। ਮੰਨ ਲਓ ਇੱਕ ਸੌਕੇਟ ਹੈ, ਇਸ ਤਰ੍ਹਾਂ ਕੀ ਹਨ ਤਿੰਨ ਹੋਲਸ ਅਵੇਲੇਬਲ ਹੁੰਦੇ ਹਨ। ਜੋ ਇਹ ਵਾਲਾ ਹੋਲ ਹੈ that is for earth wire ਇਹਦੀ ਗੱਲਬਾਤ ਆਪਾਂ ਹੁਣੇ ਕਰਾਂਗੇ। ਔਰ ਜੋ ਤੀਸਰਾ ਹੈ ਉਹ ਕਿਹਦੇ ਲਈ ਹੋਏਗਾ for wire। ਨਾਲ ਦੀ ਨਾਲ ਜੋ ਇਨਸੂਲੇਸ਼ਨਸ ਦੀ ਵੀ ਮੈਂ ਗੱਲ ਕੀਤੀ ਸੀ ਇਨ ਕੇਸ ਆਫ ਲਾਈਵ ਵਾਇਰ ਰੈਡ ਇਨਸੂਲੇਸ਼ਨ, ਨਿਊਟਰਲ ਵਾਇਰ ਦੇ ਵਿੱਚ ਬਲੈਕ ਜਾਂ ਫਿਰ ਬਲੂ। ਸੋ ਬਲੂ ਮੈਂ ਯੂਜ਼ ਕਰ ਰਹੀ ਹਾਂ ਬਲੈਕ। ਜੋ ਅਰਥ ਵਾਇਰ ਹੈ, ਅਰਥ ਵਾਇਰ ਦੀ ਜੋ ਇਨਸੂਲੇਸ਼ਨ ਹੁੰਦੀ ਹੈ ਉਹ ਹੁੰਦੀ ਹੈ ਗ੍ਰੀਨ ਕਲਰ ਦੀ। ਸੋ ਇਹਦੀ ਇਨਸੂਲੇਸ਼ਨ ਹੈ ਗ੍ਰੀਨ ਕਲਰ। ਸੋ ਇਹ ਸੌਕੇਟ ਹੈ ਫॉर ਅਰਥ ਵਾਇਰ, ਫॉर ਲਾਈਵ ਵਾਇਰ, ਫॉर ਨਿਊਟਰਲ ਵਾਇਰ। ਲਾਈਵ ਵਾਇਰ ਕੀ ਹੈ, ਇਹਦੇ ਥਰੂ ਜੋ ਇਲੈਕਟ੍ਰਿਸਿਟੀ ਹੈ ਆਪਣੇ ਘਰਾਂ 'ਚ ਆਉਂਦੀ ਹੈ। ਲਾਈਵ ਵਾਇਰ ਮੀਨਸ ਇਹ ਕੀ ਹੈ ਬੇਸਿਕ ਜੋ ਹੈ ਇਹਦੇ ਆਲੇ ਦੁਆਲੇ ਹੀ ਜੋ ਆਪਣਾ ਸਾਰਾ ਇਲੈਕਟ੍ਰਿਸਿਟੀ ਟਰਾਂਸਮਿਸ਼ਨ ਦਾ ਕੰਮ ਹੈ ਥਰੂ ਲਾਈਵ ਵਾਇਰ ਜੋ ਹੈ ਇਲੈਕਟ੍ਰਿਸਿਟੀ ਆਪਣੇ ਘਰਾਂ 'ਚ ਆ ਰਹੀ ਹੈ। ਨਿਊਟਰਲ ਵਾਇਰ ਕੀ ਹੈ, ਇੱਕ ਰੈਫਰੈਂਸ ਦਾ ਕੰਮ ਕਰਦੀ ਹੈ ਕਿਸੇ ਇਲੈਕਟ੍ਰੀਕਲ ਸਿਸਟਮ ਦੇ ਵਿੱਚ। ਰੈਫਰੈਂਸ ਮੀਨਸ ਜਿਵੇਂ ਕਿ ਆਪਾਂ ਹੁਣੇ ਗੱਲ ਕੀਤੀ ਸੀ ਕਿ ਨਿਊਟਰਲ ਵਾਇਰ ਲਾਈਵ ਵਾਇਰ ਦੇ ਵਿਚਕਾਰ ਕੀ ਹੈ ਪੋਟੈਂਸ਼ੀਅਲ ਡਿਫਰੈਂਸ 220 ਵੋਲਟ ਦਾ ਹੈ। ਸੋ ਦੈਟ ਇਜ਼ ਵਾਈ ਤਾਂ ਹੀ ਕੀ ਹੈ ਇਲੈਕਟ੍ਰਿਸਿਟੀ ਆਪਣੀ ਫਲੋ ਕਰੇਗੀ। ਸੋ ਉਹਦੀ ਰੈਫਰੈਂਸ ਦੇ ਲਈ ਆਪਾਂ ਕੀ ਹੈ ਇੱਕ ਹੋਰ ਵਾਇਰ ਯੂਜ਼ ਕਰਦੇ ਹਾਂ ਦੈਟ ਇਜ਼ ਨਿਊਟਰਲ ਵਾਇਰ। ਹੁਣ ਅਰਥ ਵਾਇਰ ਕੀ ਹੈ ਜਿਹੜੀ ਕਿ ਗ੍ਰੀਨ ਇਨਸੂਲੇਸ਼ਨ ਦੀ ਹੁੰਦੀ ਹੈ। ਅਰਥ ਵਾਇਰ ਆਪਾਂ ਯੂਜ਼ ਕਰਦੇ ਹਾਂ ਕਿ ਜੋ ਅਰਥ ਵਾਇਰ ਨੂੰ ਆਪਾਂ ਜਨਰਲੀ ਇੱਕ ਮੈਟਲ ਪਲੇਟ ਹੁੰਦੀ ਹੈ ਡੀਪ ਡਾਊਨ ਦਾ ਅਰਥ ਉਹਦੇ ਨਾਲ ਕਨੈਕਟ ਕੀਤਾ ਹੁੰਦਾ ਹੈ। ਸੋ ਇੱਕ ਮੈਟਲ ਪਲੇਟ ਜਿਹੜੀ ਕਿ ਆਪਾਂ ਅਰਥ ਦੇ ਕਾਫੀ ਨੀਚੇ ਜਾ ਕੇ ਕੀ ਹੈ ਪਲੇਸ ਕੀਤੀ ਹੈ, ਉਹਦੇ ਨਾਲ ਆਪਾਂ ਕੀ ਹੈ ਵਾਇਰ ਨੂੰ ਅਟੈਚ ਕਰਦੇ ਹਾਂ, ਉਸ ਵਾਇਰ ਨੂੰ ਆਪਾਂ ਅਰਥ ਵਾਇਰ ਬੋਲਦੇ ਹਾਂ। ਔਰ ਅਰਥ ਵਾਇਰ ਦਾ ਬੇਸਿਕ ਫੰਕਸ਼ਨ ਕੀ ਹੈ ਟੂ ਅਵੋਇਡ ਐਨੀ ਡੈਮੇਜ। ਡੈਮੇਜ ਮੀਨਸ ਕਿ ਅਗਰ ਬਾਈ ਚਾਂਸ ਕਿਤੇ ਸ਼ਾਰਟ ਸਰਕਟਿੰਗ ਹੋ ਜਾਵੇ, ਉਹਦੀ ਆਪਾਂ ਗੱਲਬਾਤ ਕਰਾਂਗੇ ਕਿ ਸ਼ਾਰਟ ਸਰਕਟਿੰਗ ਕੀ ਹੈ। ਸੋ ਉਹਦੇ ਥਰੂ ਜੋ ਐਕਸੈਸ ਅਮਾਊਂਟ ਆਫ ਕਰੰਟ ਪਾਸ ਹੋ ਰਿਹਾ ਹੈ ਉਹ ਕੀ ਹੈ ਉਹਦੇ ਨਾਲ ਆਪਾਂ ਨੂੰ ਕੋਈ ਨੁਕਸਾਨ ਨਾ ਹੋਵੇ। ਸੋ ਸਰਕਟ ਡਿਸਟਰਬ ਨਾ ਹੋਵੇ, ਅਪਲਾਈਐਂਸ ਦੇ ਵਿੱਚ ਕੋਈ ਖਰਾਬੀ ਨਾ ਆਵੇ ਜਾਂ ਫਿਰ ਆਪਾਂ ਨੂੰ ਸ਼ੌਕ ਨਾ ਲੱਗੇ,
ਉਹਦੇ ਲਈ ਕੀ ਹੈ ਜੋ ਅਰਥ ਵਾਇਰ ਆਪਾਂ ਯੂਜ਼ ਕਰਦੇ ਹਾਂ ਸੋ ਦੈਟ ਜਿਹੜਾ ਉੱਥੇ ਕਰੰਟ ਅਪਲਾਈਐਂਸ ਦੇ ਵਿੱਚ ਆ ਗਿਆ ਹੈ ਉਹ ਸਾਰਾ ਕਰੰਟ ਕੀ ਹੈ ਉਹ ਸਾਰਾ ਚਾਰਜ ਕੀ ਹੈ ਅਰਥ ਤੱਕ ਪਹੁੰਚਾਇਆ ਜਾ ਸਕੇ ਬਿਕੋਜ਼ ਆਪਾਂ ਅਰਥ ਨੂੰ ਇੱਕ ਵੈਰੀ ਗੁੱਡ ਸਿੰਕ ਮੀਨਸ ਜੋ ਕਿਸੇ ਚੀਜ਼ ਨੂੰ ਲੈ ਰਿਹਾ ਹੈ ਸੋ ਵੈਰੀ ਗੁੱਡ ਸਿੰਕ ਆਫ ਚਾਰजेस ਆਪਾਂ ਕੀ ਹੈ ਲੈ ਕੇ ਚੱਲਦੇ ਹਾਂ ਸੋ ਸਾਰਾ ਚਾਰਜ ਆਪਾਂ ਕੀ ਹੈ ਥਰੂ ਦਾ ਅਰਥ ਵਾਇਰ ਆਪਾਂ ਉਸ ਨੀਚੇ ਜੋ ਮੈਟਲ ਪਲੇਟ ਪਈ ਹੈ ਉਹਦੇ ਤੱਕ ਪਹੁੰਚਾ ਦਿੰਦੇ ਹਾਂ ਸੋ ਇਹ ਇੱਥੇ ਅਰਥ ਵਾਇਰ ਦਾ ਫੰਕਸ਼ਨ ਹੈ ਇੱਥੇ ਮੈਂ ਗੱਲ ਕਰਨਾ ਚਾਹ ਰਹੀ ਸੀ ਅਬਾਊਟ ਦ ਸ਼ੇਪ ਐਂਡ ਸਾਈਜ਼ ਸੋ ਜੋ ਇਹ ਵਾਲਾ ਸੌਕੇਟ ਹੈ ਜੋ ਇਹ ਹੋਲ ਹੈ ਇਹ ਕੀ ਹੁੰਦਾ ਹੈ ਜਨਰਲੀ ਵੱਡਾ ਹੁੰਦਾ ਹੈ ਜਿਹੜੇ ਬਾਕੀ ਦੇ ਦੋ ਹੁੰਦੇ ਹਨ ਉਹ ਛੋਟੇ ਹੁੰਦੇ ਹਨ ਸੋ ਵੱਡਾ ਇੱਕ ਤਾਂ ਬੇਸਿਕ ਰੀਜ਼ਨ ਸਿੰਪਲ ਜਿਹਾ ਰੀਜ਼ਨ ਕੀ ਹੈ ਕਿ ਜਦੋਂ ਆਪਾਂ ਪਲੱਗ ਇਨਸਰਟ ਕਰਨਾ ਹੈ ਗਲਤੀ ਨਾਲ ਵੀ ਆਪਣਾ ਕੋਈ ਲਾਈਵ ਵਾਇਰ ਵਾਲਾ ਜੋ ਉਹਦਾ ਪਲੱਗ ਹੈ ਉਹ ਕੀ ਹੈ ਅਰਥ ਵਾਇਰ ਦੇ ਵਿੱਚ ਨਾ ਜਾ ਸਕੇ ਸੋ ਉੱਪਰ ਵਾਲਾ ਜਨਰਲੀ ਕੀ ਹੈ ਉਹ ਵੱਡਾ ਹੋਏਗਾ ਨੀਚੇ ਵਾਲੇ ਕੀ ਹੈ ਛੋਟੇ ਹੁੰਦੇ ਹਨ ਤਾਂ ਕਿ ਕੋਈ ਗਲਤ ਆਪਣੀ ਇਨਸਰਸ਼ਨ ਨਾ ਹੋ ਸਕੇ ਬਿਲਕੁਲ ਆਪਾਂ ਸਹੀ ਇਨਸਰਟ ਕਰੀਏ ਪਲੱਗ ਨੂੰ ਇਨਟੂ ਦਾ ਸੌਕੇਟ ਪਲੱਸ ਜੋ ਇਹ ਹੁੰਦਾ ਹੈ ਇਹ ਥੋੜਾ ਲੰਬਾ ਵੀ ਹੁੰਦਾ ਹੈ ਮੀਨਸ ਜ਼ਿਆਦਾ ਡੀਪ ਹੁੰਦਾ ਹੈ ਸੋ ਜੋ ਅਗਰ ਆਪਾਂ ਤੁਸੀਂ ਪਲੱਗ ਦੇਖਾਂਗੇ ਉਹਦੇ ਵਿੱਚ ਇਹ ਜ਼ਿਆਦਾ ਚੌੜਾ ਵੀ ਹੈ ਮੀਨਸ ਜੋ ਇਹ ਸਰਕਲ ਹੈ ਦਾ ਡਾਇਮੀਟਰ ਵੀ ਜ਼ਿਆਦਾ ਹੈ ਪਲੱਸ ਉਹ ਲੰਬਾ ਵੀ ਹੁੰਦਾ ਹੈ ਸੋ ਪਲੱਗ ਦੇ ਵਿੱਚ ਉਹ ਲੰਬਾ ਹੋਣ ਦਾ ਕੀ ਮਤਲਬ ਹੈ ਕਿ ਜਦ ਆਪਾਂ ਉਹਨੂੰ ਇਨਸਰਟ ਕਰ ਰਹੇ ਹਾਂ ਤਾਂ ਸਭ ਤੋਂ ਪਹਿਲਾਂ ਜਿਹੜਾ ਕਨੈਕਸ਼ਨ ਹੈ ਕਿਹੜਾ ਕੰਪਲੀਟ ਹੋਵੇ ਅਰਥ ਵਾਇਰ ਦਾ ਸੋ ਜਦੋਂ ਆਪਾਂ ਉਹਨੂੰ ਕਨੈਕਟ ਕੀਤਾ ਸੋ ਬਾਈ ਚਾਂਸ ਅਗਰ ਅਪਲਾਈਐਂਸ ਦੇ ਵਿੱਚ ਕੋਈ ਕਰੰਟ ਆ ਗਿਆ ਸ਼ਾਰਟ ਸਰਕਟਿੰਗ ਕਰਕੇ ਜਾਂ ਕਿਸੇ ਹੋਰ ਰੀਜ਼ਨ ਕਰਕੇ ਦੈਨ ਜੋ ਆਪਣਾ ਕਨੈਕਸ਼ਨ ਹੈ ਸਭ ਤੋਂ ਪਹਿਲਾਂ ਅਰਥ ਵਾਇਰ ਦਾ ਕੰਪਲੀਟ ਹੋ ਰਿਹਾ ਹੈ ਦੈਨ ਜਿਹੜਾ ਸਾਰਾ ਚਾਰਜ ਜਾਂ ਜੋ ਕਰੰਟ ਹੈ ਉਹ ਸਾਰਾ ਕੀ ਹੈ ਟਰੈਵਲ ਹੋ ਜਾਏਗਾ ਟੂ ਦਾ ਅਰਥ ਸੋ ਜੋ ਅਰਥ ਦੇ ਵਿੱਚ ਆਪਣੀ ਮੈਟਲ ਪਲੇਟ ਪਈ ਹੈ ਸੋ ਦੈਟ ਇਜ਼ ਵਾਈ ਜੋ ਇਹਦਾ ਸਾਈਜ਼ ਹੈ ਇਹ ਬਿਗਰ ਹੁੰਦਾ ਹੈ ਸਾਈਜ਼ ਦੇ ਵਿੱਚ ਤਾਂ ਕਿ ਇਨਸਰਸ਼ਨ ਜਿਹੜੀ ਹੈ ਉਹ ਸਹੀ ਹੋ ਸਕੇ ਉਹਦੇ ਵਿੱਚ ਕੋਈ ਗਲਤੀ ਨਾ ਹੋਵੇ ਪਲੱਸ ਜੋ ਆਪਣਾ ਜਿਹੜਾ ਪਲੱਗ ਇਨਸਰਟ ਕਰਾਂਗੇ ਉਹ ਵੀ ਕੀ ਹੈ ਇਹਦਾ ਲੌਂਗ ਹੁੰਦਾ ਹੈ ਸੋ ਦੈਟ ਸਭ ਤੋਂ ਪਹਿਲਾਂ ਕਨੈਕਸ਼ਨ ਆਪਣਾ ਅਰਥ ਵਾਇਰ ਦਾ ਕੰਪਲੀਟ ਹੋਵੇ ਸੋ ਦੈਟ ਕੋਈ ਡੈਮੇਜ ਨੂੰ ਆਪਾਂ ਅਵੋਇਡ ਕਰ ਸਕੀਏ ਹੁਣ ਆਪਾਂ ਚੱਲਦੇ ਹਾਂ ਆਪਣੀ ਮੇਨ ਗੱਲਬਾਤ ਤੇ ਸੋ ਪੋਲ ਤੋਂ ਆਪਣੇ ਕੋਲ ਦੋ ਵਾਇਰਸ ਆ ਰਹੀਆਂ ਹਨ ਇੱਕ ਲਾਈਵ ਵਾਇਰ ਸੋ ਇਹ ਹੈ ਇਲੈਕਟ੍ਰਿਸਿਟੀ ਸੋ ਆਮ ਤੌਰ ਤੇ ਆਪਣੇ ਘਰਾਂ ਜਿਹੜਾ ਮੀਟਰ ਬੋਰਡ ਹੁੰਦਾ ਹੈ ਉਹਨੂੰ ਆਪਾਂ ਕੀ ਉਹਨੂੰ ਮੈਂ ਲਿਖਿਆ ਇਲੈਕਟ੍ਰਿਸਿਟੀ ਬੋਰਡ ਜਾਂ ਮੀਟਰ ਬੋਰਡ ਸੇਮ ਹੀ ਚੀਜ਼ ਹੈ ਸੋ ਮੈਂ ਉਹ ਚੀਜ਼ ਸ਼ੋ ਕੀਤੀ ਹੈ रेड कलर मीन्स एक ही है अपने को लाइव वायर अगे मैं दो फ्यूज शो कर रही हाँ फ्यूज की गलबात आप पहले भी की है प्लस अज भी थोड़ा होर रिपीट करांगे कि फ्यूज का की मतलब है सो ये दो फ्यूज न्यूट्रल वायर एज सच बिकॉज एक ही है जस्ट एक रेफरेंस का काम दे रही है सो बेसिक जो अपनी इलैक्ट्रिसिटी कंडक्ट हो रही है दैट इज मतलब आप फ्यूजेस जी वायर शो करांगे लाइव वायर शो कर रहे हाँ ये लाइव वायर है नीचे वाली की है अपने को न्यूट्रल वायर ब्लैक और ब्लू इस तो बाद अपने को लगे आएगा सो मीटर भी आई थिंक तुसी घर जरूर देखा होएगा इलैक्ट्रिसिटी मीटर सो मीटर की जो रीडिंग आम तौर पर घर लैन ली आते हैं सो इत्थे की है इलैक्ट्रिसिटी मीटर दैन इत्थे की है शो करांगे आप लाइव और न्यूट्रल वायर इलैक्ट्रिसिटी मीटर तो बाद अगेन लाइव और न्यूट्रल वायर्स मैं शो कर रही हाँ ये थ्रू पास होने तो बाद अगे अपने को आएगा डिस्ट्रीब्यूशन बॉक्स सो डिस्ट्रीब्यूशन बॉक्स के की है जिथे अलग अलग फ्यूजेस प्रेजेंट होंगे हैं सो डिस्ट्रीब्यूशन बॉक्स के सो मान लो ये अपना डिस्ट्रीब्यूशन बॉक्स है सो ये अलग अलग सर्किट्स के लिए की है फ्यूजेस अवेलेबल होंगे हैं सो मान लो ये दो फ्यूज शो किए हैं उसी तरह कोई होर सर्किट के लिए सो इत्थे मैं फ्यूज शो कर रही हाँ आप इत्थे की है नाल दी नाल इन्हां दा शो कर सकते हैं कि लाइव वायर की होंगी है दैट इज एट पॉजिटिव पोटेंशियल और न्यूट्रल वायर में आप की है एट नेगेटिव पोटेंशियल सो पॉजिटिव नेगेटिव प्लस जिवें कि मैं पहला भी दस्सिया पोटेंशियल डिफरेंस बिटवीन द टू वायर्स वो कितना हुंदा है 220 वोल्ट्स सो इत्थे फ्यूजेस प्लस नाल दी नाल की है न्यूट्रल वायर भी शो करांगे उसी तरह बाकी दे फ्यूज भी इत्थे प्रेजेंट होंगे एज सच और लास्ट ते आपां नूं हुण की मिलेगा इत्थे जो लाइव वायर और न्यूट्रल वायर आ रही है सो इन्हों आप ज्वाइन करवावांगे विद द लाइव वायर्स और अगे की आएंगे अपने को डिफरेंट अपलायंसिस इत्थे जो आप अपलायंसिस शो करांगे अपलायंसिस नूं आप इत्थे पैरेलल दे विच ज्वाइन करना है पैरेलल दे विच क्यों बिकॉज इत्थे की है अपने को लाइव वायर आ रही है इत्थे अपने को न्यूट्रल वायर आ रही है सो सारे अपलायंसिस दे अक्रॉस जिहड़ा पोटेंशियल डिफरेंस है 220 वोल्ट्स रहे बिकॉज अपन पता है पैरेलल कॉम्बीनेशन दे विच जिहड़ी पोटेंशियल डिफरेंस की वैल्यू है वो सेम रहिंदी है करंट डिवाइड हो जाता है और वही चीज़ अपन अपने घरों दे विच चाहिदी है कि पोटेंशियल डिफरेंस सेम रहे हरेक अपलायंस के अकॉर्डिंग अक्रॉस लेकिन जो करंट है बिकॉज उन्होंने रेटिंग अलग अलग है अलग अलग अपलायंसिस की बिकॉज कुछ की हैं जिमें गीजर्स हो गए या एसीज हो गए उन्होंने पावर रेटिंग डिफरेंट होंगी है कुछ अपलायंसिस की जो रेटिंग है वो की है डिफरेंट होंगी है जिमें कि जनरली
ਟਿਊਬ ਲਾਈਟਸ ਹੋ ਗਈਆਂ, ਫੈਨਸ ਹੋ ਗਈਆਂ। ਸੋ ਦੈਟ ਇਜ਼ ਵਾਈ ਆਪਾਂ ਨੂੰ ਜੋ ਕਰੰਟ ਹੈ ਉਹ ਡਿਫਰੈਂਟ ਅਮਾਊਂਟ ਦਾ ਚਾਹੀਦਾ ਹੈ, ਲੇਕਿਨ ਪੋਟੈਂਸ਼ੀਅਲ ਡਿਫਰੈਂਸ ਆਪਾਂ ਨੂੰ ਕੀ ਹੈ, ਸੇਮ 220 ਵੋਲਟ ਦਾ ਹੀ ਚਾਹੀਦਾ ਹੈ। ਆਪਾਂ ਜਿਹੜੇ ਅਪਲਾਈਐਂਸਿਸ ਇੱਥੇ ਸ਼ੋ ਕਰਾਂਗੇ ਉਹ ਕੀ ਹੈ, ਪੈਰਲਲ ਦੇ ਵਿੱਚ ਜੁਆਇਨ ਕਰਾਂਗੇ। ਸੋ ਅਗਰ ਇੱਥੇ ਸ਼ੋ ਕਰਨਾ ਹੋਵੇ ਅਗਰ ਆਪਾਂ ਅਪਲਾਈਐਂਸਿਸ ਨੂੰ, ਸੋ ਫਰਸਟਲੀ ਇੱਥੇ ਮੈਂ ਇੱਕ ਸ਼ੋ ਕਰ ਰਹੀ ਹਾਂ ਅਪਲਾਈਐਂਸ। ਸੋ ਇਹ ਕੋਈ ਡਿਵਾਈਸ ਹੈ, ਉਹਦੇ ਉੱਪਰ ਉਸੇ ਤਰ੍ਹਾਂ ਅਗਰ ਸੌਕਟ ਸ਼ੋ ਕਰਨਾ ਹੋਵੇ, ਸੌਕਟ ਦੇ ਵਿੱਚ ਕੀ ਹੈ, ਇੱਕ ਦੂਜੇ ਦੋ ਛੋਟੇ ਸੌਕਟਸ। ਔਰ ਅਗਰ ਇੱਥੇ ਸ਼ੋ ਕਰਨਾ ਹੋਵੇ ਨਾਲ ਦੀ ਨਾਲ ਕਿ ਰੈੱਡ ਵਾਇਰ, ਔਰ ਇਹਨੂੰ ਆਪਾਂ ਬਾਅਦ ਦੇ ਵਿੱਚ ਕਨੈਕਟ ਕਰਦੇ ਹਾਂ ਅਰਥ ਵਾਇਰ ਦੇ ਨਾਲ ਅਗੇਨ। ਸੋ ਇੱਕ ਵੱਡਾ ਸ਼ੋ ਕਰ ਰਹੇ ਹਾਂ ਔਰ ਦੋ ਛੋਟੇ। ਸੋ ਜੋ ਕਨੈਕਸ਼ਨ ਹੈ ਲਾਈਵ ਵਾਇਰ ਦਾ ਆਏਗਾ। ਹੁਣ ਗੱਲ ਰਹਿ ਗਈ ਆਪਣੀ ਅਰਥ ਵਾਇਰ ਦੀ। ਅਰਥ ਵਾਇਰ ਨੂੰ ਵੀ ਮੈਂ ਨਾਲ ਦੀ ਨਾਲ ਇੱਥੇ ਸ਼ੋ ਕਰ ਦੇਵਾਂ। ਅਰਥ ਵਾਇਰ ਕੀ ਹੈ, ਜੋ ਇਹ ਦੋਨੋਂ ਹਨ ਪੋਲਸ ਤੋਂ ਆ ਰਹੀਆਂ ਹਨ ਵਾਇਰ, ਲੇਕਿਨ ਜੋ ਅਰਥ ਵਾਇਰ ਹੈ ਉਹ ਕੀ ਹੈ, ਦੈਟ ਇਜ਼ ਡੀਪ ਕਨੈਕਟਡ ਡਾਊਨ ਦਾ ਅਰਥ ਵਿਦ ਅ ਮੈਟਲ ਪਲੇਟ। ਸੋ ਇੱਕ ਮੈਟਲ ਪਲੇਟ ਦੇ ਨਾਲ ਉਹਨੂੰ ਕਨੈਕਸ਼ਨ ਦਿੱਤਾ ਗਿਆ ਹੈ। ਇਹ ਹੈ ਅਰਥ ਵਾਇਰ। ਸੋ ਇਹਦਾ ਕੀ ਮਤਲਬ ਹੈ, ਇੱਥੇ ਕੋਈ ਲਿੰਕ ਨਹੀਂ ਹੈ ਵਾਇਰਸ ਦਾ ਆਪਸ ਦੇ ਵਿੱਚ। ਸੋ ਇਸ ਤਰ੍ਹਾਂ ਆਪਣੇ ਕੋਲ ਕੀ ਹੈ, ਤਿੰਨੋਂ ਵਾਇਰਸ ਦਾ ਇੱਕ ਅਪਲਾਈਐਂਸ ਦੇ ਨਾਲ ਮੈਂ ਕਨੈਕਸ਼ਨ ਸ਼ੋ ਕੀਤਾ ਹੈ। ਸੋ ਹੁਣ ਜਿਵੇਂ ਕਿ ਡਾਇਗਰਾਮ ਦੇਖਣ ਦੇ ਤੁਹਾਨੂੰ ਕਾਫੀ ਕਲੀਅਰ ਹੋ ਰਿਹਾ ਹੋਏਗਾ ਕਿ ਆਪਣੇ ਕੋਲ ਪੋਲਸ ਤੋਂ ਫਰਸਟ ਆਫ ਆਲ ਦੋ ਵਾਇਰਸ ਆ ਰਹੀਆਂ ਹਨ। ਸੋ ਇੱਕ ਪੋਜ਼ਿਟਿਵ ਪੋਟੈਂਸ਼ੀਅਲ ਤੇ ਹੈ, ਇੱਕ ਨੈਗੇਟਿਵ ਪੋਟੈਂਸ਼ੀਅਲ ਤੇ ਹੈ। ग्रीन इंसुलेशन वाली वायर है लाइव वायर, सॉरी रेड इंसुलेशन वाली वायर है अपनी लाइव वायर। ब्लैक या फिर ब्लू इंसुलेशन वाली वायर जो है वो की है अपनी न्यूट्रल वायर है। सो ये पास ਹੁੰਦੀਆਂ ਹਨ ਥਰੂ ਐਨ ਇਲੈਕਟ੍ਰਿਸਿਟੀ ਬੋਰਡ ਫਿਊਜ਼, ਜਿਹਨੂੰ ਕਿ ਆਪਾਂ ਮੇਨ ਫਿਊਜ਼ ਵੀ ਬੋਲਦੇ ਹਾਂ। ਸੋ ਆਪਣੇ ਘਰਾਂ ਦੇ ਵਿੱਚ ਆਮ ਤੌਰ ਤੇ ਤੁਸੀਂ ਸੁਣਿਆ ਹੋਏਗਾ ਕਿ ਇੱਕ ਮੇਨ ਫਿਊਜ਼ ਹੁੰਦਾ ਹੈ। ਸੋ ਦੈਟ ਇਜ਼ ਪ੍ਰੈਜ਼ੈਂਟ, ਕਿੱਥੇ ਪ੍ਰੈਜ਼ੈਂਟ ਹੁੰਦਾ ਹੈ, ਜੋ ਆਪਣੇ ਕੋਲ ਮੀਟਰ ਬੋਰਡ ਹੁੰਦਾ ਹੈ। ਸੋ ਮੀਟਰ ਬੋਰਡ ਦੇ ਉੱਪਰ ਜਾਂ ਫਿਰ ਇਲੈਕਟ੍ਰਿਸਿਟੀ ਬੋਰਡ ਦੇ ਉੱਪਰ ਆਪਣੇ ਕੋਲ ਜੋ ਫਿਊਜ਼ ਹੈ that is the main fuse। ਸੋ ਇਹ ਮੈਂ ਇੱਥੇ ਫਿਊਜ਼ਸ ਸ਼ੋ ਕੀਤੇ ਹਨ। ਆਪਾਂ ਅੱਗੇ ਗੱਲਬਾਤ ਕਰਦੇ ਹਾਂ ਕਿ ਆਪਣੇ ਕੋਲ ਜਿਹੜੇ ਸਰਕਟਸ ਹਨ, ਆਮ ਤੌਰ ਤੇ ਆਪਾਂ ਦੋ ਸਰਕਟਸ ਘਰਾਂ ਦੇ ਵਿੱਚ ਯੂਜ਼ ਕਰਦੇ ਹਾਂ। ਸੋ ਅਲੱਗ-ਅਲੱਗ ਰੇਟਿੰਗਸ ਦੇ ਸਰਕਟ ਹਨ। ਦੈਨ ਫਿਊਜ਼ ਦੇ ਥਰੂ ਲਾਈਵ ਵਾਇਰ ਪਾਸ ਹੁੰਦੀ ਹੈ, ਨਾਲ ਦੀ ਨਾਲ ਨਿਊਟਰਲ ਵਾਇਰ ਪਾਸ ਹੋ ਰਹੀ ਹੈ, ਇਲੈਕਟ੍ਰਿਸਿਟੀ ਮੀਟਰ ਤੱਕ ਪਹੁੰਚ ਰਹੀ ਹੈ। ਇਲੈਕਟ੍ਰਿਸਿਟੀ ਮੀਟਰ ਕਿਲੋਵਾਟ ਆਰ ਦੇ ਵਿੱਚ ਆਪਾਂ ਨੂੰ ਕੀ ਹੈ, ਰੀਡਿੰਗ ਦਿੰਦਾ ਹੈ। ਕਿਲੋਵਾਟ ਆਰ ਦੇ ਵਿੱਚ ਆਪਣੇ ਕੋਲ ਰੀਡਿੰਗ ਆਉਂਦੀ ਹੈ ਇਲੈਕਟ੍ਰਿਸਿਟੀ ਮੀਟਰ ਦੇ ਉੱਪਰ। then after passing through electricity meter ਇਹ ਆਪਣੇ ਕੋਲ ਕੀ ਹੈ, ਡਿਸਟ੍ਰੀਬਿਊਸ਼ਨ ਬਾਕਸ ਹੈ, ਜਿਹਦੇ ਵਿੱਚ ਇੱਕ ਮੇਨ ਸਵਿਚ ਹੁੰਦਾ ਹੈ। ਡਿਸਟ੍ਰੀਬਿਊਸ਼ਨ ਬਾਕਸ, ਮੇਨ ਸਵਿਚ ਮੀਨਸ ਅਗਰ ਆਪਾਂ ਮੇਨ ਸਵਿਚ ਨੂੰ ਆਫ ਕਰ ਦਈਏ ਦੈਨ ਆਪਣਾ ਕੀ ਹੈ, ਪੂਰੀ ਇਲੈਕਟ੍ਰਿਸਿਟੀ ਕੀ ਹੈ, ਬੰਦ ਹੋ ਜਾਏਗੀ, ਬਿਲਕੁਲ ਆਫ ਹੋ ਜਾਏਗਾ ਸਾਰਾ ਆਪਣਾ ਅੱਗੇ ਵਾਲਾ ਜੋ ਸਰਕਟ ਹੈ। ऑन रखांगे ओनली देन की है अपनी इलेक्ट्रिसिटी की है पूरे घर दे विच चल सकती है। मेन स्विच एंड फ्यूजेस, सो ये है अपना डिस्ट्रीब्यूशन बॉक्स जिहदे विच मेन स्विच, दिस इज मेन फ्यूज, इत्थे की है मेन स्विच एंड फ्यूजेस फॉर डिफरेंट सर्किट्स। सो अगेन इत्थे जो लाइव वायर है वो की है, जो फ्यूज आपां जिहड़े फ्यूजेस आपां यूज करने हैं फॉर एनी पर्टिकुलर सर्किट, जिवें इत्थे की है मैं एक कोई एक सर्किट यूज शो कीता है जिहदे विच तीन अप्लायंसेस हैं अपने कोल, तीनों आपां पैरेलल दे विच यूज कीते हैं। पैरेलल क्यों यूज कीते हैं, बिकॉज आपां नूं इन्हां दे अक्रॉस अगर इत्थे शो करना होवे जो पोटेंशियल डिफरेंस होएगा अक्रॉस दीज टू पॉइंट्स वो कितना है 220 वोल्ट। उसी तरह अक्रॉस दीज टू पॉइंट्स 220 वोल्ट 220 वोल्ट एंड अप टू सो ऑन की है 220 वोल्ट ही रहेगा। सो एक एनी वन सर्किट में शो कीता है जिहदे विच आपां ए वाला फ्यूज कॉम्बीनेशन यूज कर रहे हैं। दैन न्यूट्रल वायर नूं आपां की अगे इसी तरह शो कीता है। अगे की है आपां लाइन वायर्स दे नाल जो कि आपां नूं डिफरेंट सर्किट्स बनाउण दे विच यूज करदे हां, हेल्प करदियां हन आपां नूं। लाइन वायर्स दे थ्रू की है आपां डिफरेंट अप्लायंसेस इत्थे ज्वाइन कीते हैं, इन पैरेलल ज्वाइन कीते हैं। सो ये अपना जस्ट सिंपल जिहा की है जो डायग्रामेटिक पार्ट है जिहदे विच अपना काफ़ी पार्ट की है क्लीयर हो रहा है। सो आपां जो सर्किट्स है घरां दे विच आम तौर ते दो रेटिंग्स दे सर्किट यूज करते हाँ। एक अपने कोल है 15 एम्पीयर रेटिंग वाला सर्किट, एक अपने कोल हुंदा है 5 एम्पीयर रेटिंग वाला सर्किट। सो 5 और 15 एम्पीयर करंट रेटिंग एंड 5 एम्पीयर करंट रेटिंग। सो जो ए सर्किट है जनरली आप यूज़ करते हैं उन्होंने अप्लायंसेस दे लई जिन्हां दे विच पावर रेटिंग, जिन्हां दी पावर रेटिंग की हुंदी है ज़्यादा हुंदी है, हाई हुंदी है। जिवें कि ज़्यादा पावर रेटिंग वाले अप्लायंसेस किहड़े हो सकते हैं, गीजर्स, एसीज। सो ये सारे की हैं ज़्यादा पावर रेटिंग वाले अप्लायंसेस। सो उन्हां दे लई आपां की है 15 एम्पीयर वाला की है सर्किट एम्पलॉय करते हैं। उसी तरह वन इज़ 5 एम्पीयर। सो 5 एम्पीयर जो अपने कोल आम छोटे छोटे अप्लायंसेस हैं जिवें बल्ब्स, ट्यूबलाइट्स, फैंस, उन्हां दे लई की आपां 5 एम्पीयर रेटिंग वाला की है सर्किट यूज़ करते हैं। एक जो अर्थ वायर है, अर्थ वायर जिवें कि मैं तुहानूं पहले ही दस्सिया कि अर्थ वायर एक्ट करती है टू अवॉइड एनी डैमेज।
ਸੋ ਅਰਥ ਵਾਇਰ ਨੂੰ ਆਪਾਂ ਕਨੈਕਟ ਕੀਤਾ ਹੈ ਵਿਦ ਦ ਡਿਫਰੈਂਟ ਅਪਲਾਈਐਂਸਿਸ। ਸੋ ਉਹ ਜਨਰਲੀ ਅਰਥ ਵਾਇਰ ਨੂੰ ਆਪਾਂ ਮੈਟਲ ਅਪਲਾਈਐਂਸਿਸ ਦੇ ਨਾਲ ਜੋੜਦੇ ਹਾਂ। ਸੋ ਮੈਟਲ ਅਪਲਾਈਐਂਸਿਸ ਦੇ ਕੇਸ ਦੇ ਵਿੱਚ ਕੀ ਹੁੰਦਾ ਹੈ ਕਿ ਐਨੀ ਕੇਸ ਮੈਟਲ ਅਪਲਾਈਐਂਸ ਦੇ ਉੱਪਰ ਜੋ ਕਰੰਟ ਹੈ ਡਿਵੈਲਪ ਹੋ ਜਾਏ। ਸੋ ਡਿਊ ਟੂ ਸ਼ਾਰਟ ਸਰਕਿਟਿੰਗ ਆਪਣੇ ਕੋਲ ਅਗਰ ਇੱਥੇ ਕਰੰਟ ਆ ਜਾਏ ਦੈਨ ਉਹ ਸਾਰਾ ਚਾਰਜ ਆਪਾਂ ਕੀ ਹੈ ਥਰੂ ਦ ਅਰਥ ਵਾਇਰ ਅਰਥ ਤੱਕ ਕੀ ਹੈ ਅਰਥ ਦੇ ਵਿੱਚ ਜੋ ਮੈਟਲ ਪਲੇਟ ਪ੍ਰੈਜ਼ੈਂਟ ਹੈ ਉਹਦੇ ਤੱਕ ਟ੍ਰਾਂਸਫਰ ਕਰਵਾ ਸਕਦੇ ਹਾਂ ਸੋ ਦੈਟ ਜੋ ਯੂਜ਼ਰ ਹੈ ਉਹਨੂੰ ਕੋਈ ਇਲੈਕਟ੍ਰਿਕ ਸ਼ੌਕ ਇੱਥੋਂ ਨਾ ਫੀਲ ਹੋ ਸਕੇ। ਸੋ ਇੱਕ ਜਨਰਲ डायग्राम शो की है ऑफ एनी सर्किट। इसी तरह आप की है डिफरेंट फ्यूज यूज करके इतों जिन्ने चाहे उन्ने ही की है सर्किट्स बना सकते हैं। सो दैट इज अप टू अ रिक्वायरमेंट आपन मीनस किन्ने अप्लायंसेस जोड़ने हैं एक सर्किट दे विच। सो अपनी रिक्वायरमेंट है बस बेसिक चीज़ की है कि आपन जो अप्लायंसेस हैं वो सारे पैरेलल दे विच ही जोड़ते हैं सो दैट करंट डिवाइड हो सके लेकिन जो पोटेंशियल डिफरेंस है दोनों के अक्रॉस होगी है 220 वोल्ट ही रहे। प्लस आपको पता ही है कि जो सारे अप्लायंसेस होंगे हैं उन्होंने अपना ऑन ऑफ स्विच होंदा है। ऑन ऑफ स्विच मीनस कि आप ऑन करवा के उस टाइम करंट पास करवा सकते हैं, ऑन ऑफ करांगे दैन उस टाइम की है करंट पास नहीं होएगा। एक गलबात अपनी हो रहा है फ्यूज़ के बारे। सो जो ये फ्यूज़ यूज़ किए हैं पिछले चैप्टर के इलैक्ट्रिसिटी चैप्टर के आप पढ़िया सी प्रैक्टिकल एप्लीकेशनस पढ़िया सी हीटिंग इफेक्ट दिया। सो हीटिंग इफेक्ट की सी कि जो कंडक्टर के विचों करंट पास हो रहा है करंट पास होने के नाल की है जो कंडक्टर है हीट अप होंदा है। सो हीट अप होने के नाल की है उहदा टैंपरेचर राइज होंदा है। सो उहदी ही आपां प्रैक्टिकल एप्लीकेशन पढ़ी सी फ्यूज़ के बारे। सो इन्हें थोड़ा जिहा रिवाइज करिए फ्यूज़ की सी एक्चुअली फ्यूज़ भी आपां नूं एक्चुअल डैमेज तो बचाउंदा है। सो वो डैमेज नहीं होने दिंदा किसी सर्किट नूं या किसी अप्लायंस नूं इन केस अगर सर्किट के थ्रू वेरी हाई अमाउंट ऑफ करंट की है पास हो जाए। एंड ऑल्सो जो फ्यूज़ है that is always connected in series with the device। so series ਦੇ ਵਿੱਚ ਇਹ ਆਪਾਂ ਗੱਲਬਾਤ ਉਦੋਂ ਵੀ ਕੀਤੀ ਸੀ। series ਦਾ ਕੀ ਮਤਲਬ ਹੈ ਇੱਥੇ series ਦੇ ਵਿੱਚ ਇਸ ਕਰਕੇ ਬਿਕੋਜ਼ ਜਦੋਂ ਆਪਣਾ ਕਨੈਕਸ਼ਨ ਕੀ ਹੈ ਡਿਊ ਟੂ ਦ ਫਿਊਜ਼ ਬ੍ਰੇਕ ਹੋਏਗਾ ਬ੍ਰੇਕ ਹੋਣ ਦੇ ਨਾਲ ਕੀ ਹੈ ਜਿਹੜਾ ਕਰੰਟ ਹੈ ਅੱਗੇ ਪਾਸ ਨਹੀਂ ਹੋ ਸਕੇਗਾ। ਸੋ ਜਦ ਕਨੈਕਸ਼ਨ ਉੱਥੇ ਹੀ ਟੁੱਟ ਗਿਆ ਡਿਊ ਟੂ ਦ ਬਰਨਿੰਗ ਆਫ ਫਿਊਜ਼ ਦੈਨ ਉਹਦੇ ਨਾਲ ਕਨੈਕਸ਼ਨ ਆਪਾਂ ਉੱਥੇ ਹੀ ਬ੍ਰੇਕ ਹੋ ਜਾਏਗਾ ਕਰੰਟ ਅੱਗੇ ਪਾਸ ਨਹੀਂ ਹੋ ਸਕੇਗਾ। ਲੇਕਿਨ ਅਗਰ ਆਪਾਂ ਸੀਰੀਜ਼ ਦੇ ਵਿੱਚ ਯੂਜ਼ ਨਹੀਂ ਕਰਾਂਗੇ पैरेलल ਦੇ ਵਿੱਚ यूज़ कर लिए बिकॉज पैरेलल ਦੇ ਵਿੱਚ करंट डिवाइड ਹੁੰਦਾ है then some amount of करंट की है अपना फ्यूज तक जाएगा बाकी ਦਾ करंट की है अप्लायंस तक जा सकता है ਜਿਹੜੇ डिवाइस ਦੇ ਨਾਲ ਜਾਂ अप्लायंस ਦੇ ਨਾਲ ਆਪਾਂ फ्यूज ਨੂੰ यूज़ ਕੀਤਾ है। सो दैट इज वाई कनैक्शन ਨੂੰ ਪੂਰਾ ਤੋੜਨ ਦੇ ਲਈ ਆਪਾਂ ਕੀ ਹੈ ਉਹਨੂੰ ਹਮੇਸ਼ਾ ਸੀਰੀਜ਼ ਦੇ ਵਿੱਚ ਹੀ ਪਲੇਸ ਕਰਦੇ ਹਾਂ। ਪਲੱਸ फ्यूज ਮੈਂ ਦੱਸਿਆ ਸੀ ਕਿ फ्यूज ਐਕਚੁਅਲ ਹੁੰਦਾ ਕੀ ਹੈ ਇਟ ਇਜ਼ ਅ ਪੀਸ ਆਫ ਵਾਇਰ ਆਫ ਐਨੀ ਮੈਟਲ। ਆਪਾਂ ਇੱਕ ਮੈਟਲ ਦੀ वायर लीए छोटा सा टुकड़ा लीए उन्होंने आप की है एक फ्यूज़ बोलते हाँ या फिर अगर एक मैटल ना लैके एक अलॉय यूज़ करिए। एक अलॉय मीनस जिहदे विच की है कॉम्बीनेशन ऑफ मैटल्स होवे। सो एक अलॉय का पीस ऑफ वायर है ऑफ एप्रोप्रिएट मेल्टिंग पॉइंट मीनस वो प्रॉपर कुछ मेल्टिंग पॉइंट होवे कि इस टैंपरेचर रेंज तक जाके की है वो मेल्ट होएगा दैट इज़ ऑल्सो अ फ्यूज़। सो जिहड़े आपां अलॉयज़ दे विच जो मैटल्स यूज़ कर सकते हाँ वो हो सकते हैं एलूमीनीयम कॉपर आयरन लेड। सो ये सारी एग्जाम्पल्स हैं फॉर द मेकिंग ऑफ अलॉयज़। सो ये सी अपना फ्यूज़। सो फ्यूज़ इज़ अ पीस ऑफ फायर। नाल दी नाल आपां ये भी देखा सी कि जदों करंट हाई अमाउंट ऑफ करंट पास होंदा है थ्रू द सर्किट दैन ड्यू टू दैट जो फ्यूज़ है वो की हो जाता है उसकी हीटिंग स्टार्ट हो जाती है दैट इज़ ड्यू टू द हीटिंग इफेक्ट ऑफ इलैक्ट्रिक करंट। जो आप जूल्स हीटिंग पढ़ी सी जूल्स लॉ पढ़िया सी उहदे विच आपां यही देखा सी जो कंडक्टर है हीट अप हो जाता है हीट अप होने दे नाल की उहदा टैंपरेचर राइज होएगा। सो जो फ्यूज़ है एक पीस ऑफ वायर है दैट इज़ अ कंडक्टर जो टैंपरेचर राइज होएगा राइज होने दे नाल की है इट विल गेट बर्न। सो की है सड़ जाएगा उहदे सड़न दे नाल की है अपना कनैक्शन टुट जाएगा। जब कनैक्शन ब्रेक हो गया वो जो हाई अमाउंट ऑफ करंट पिछों आ रहा सी वो अगे पास नहीं करेगा। सो इन दिस वे जो अपना फ्यूज़ है वो इत्थे वर्क कर रहा है। सो एक मेन फ्यूज़ इत्थे बाकी डिफरेंट सर्किट्स दे विच आपां की है डिफरेंट अप्लायंसेस दे लई आपां की है फ्यूज़ यूज़ करते हैं वो कितने प्रेजेंट होंगे हैं इन द डिस्ट्रीब्यूशन बॉक्स। सो फ्यूज़ की रेटिंग की भी मैं गल की सी जनरली 1 एम्पीयर इस तरह की रेटिंग्स फ्यूज़ जो हैं आप घर के आम तौर पर इंप्लॉय करते हैं। सो एक ही है उन्होंने रेटिंग्स दी गई हैं इन टर्म्स ऑफ करंट। सो कैपिटल ए मीनस एम्पीयर। सो एक करंट रेटिंग दी गई है फ्यूज़ की। सो फ्यूज़ तो बाद हुण जिवें कि आपां देखिया कि फ्यूज़ की एक बहुत इंपॉर्टेंट कॉम्पोनेंट है इन एनी इलैक्ट्रिकल सर्किट। लेकिन हुण फ्यूज़ कदों काम करेगा। सो किहड़ी कंडीशनस हो सकती हैं जो की है अपना फ्यूज़ की है डिवाइस नूं या फिर सर्किट नूं की है प्रोटेक्ट करेगा। सो वन इज़ द ओवरलोडिंग। ओवरलोडिंग की है
सो ओवरलोडिंग के केस दे विच जो लाइव वायर है, सो जी रैड इंसुलेशन वाली है और जी ब्लैक या ब्लू इंसुलेशन वाली है अपने को न्यूट्रल वायर, अगर वो आपस दे विच कॉन्टैक्ट दे विच आ जाए, सो कॉन्टैक्ट दे विच आने दे नाल जिहड़ी है ओवरलोडिंग अपनी हो जाती है। कॉन्टैक्ट दे विच आने का की मतलब है जो उन्होंने इंसुलेशन हैं, जो बाहर आप रेड और ब्लैक इंसुलेशन लगाई है, अगर वो खराब हो जाए, सो इंसुलेशन उतर चुकी है, सो जी दोनों वायर्स हैं आपस दे विच कॉन्टैक्ट दे विच आ गई हैं। कॉन्टैक्ट दे विच आने दे नाल की है जिहड़ा हाई अमाउंट ऑफ करंट की है सर्किट के थ्रू पास करेगा, वेरी हाई अमाउंट ऑफ करंट वो पास करेगा सर्किट के थ्रू, और उसनों आपां की बोलते हैं दैट इज कॉल्ड शॉर्ट सर्किटिंग। सो ओवरलोडिंग के अंडर ही आपां की पढ़ रहे हैं शॉर्ट सर्किटिंग, दैट कि जो वेरी हाई अमाउंट ऑफ करंट प्रोड्यूस होया ड्यू टू ओवरलोडिंग। एंड ओवरलोडिंग का की मतलब दसिया कि लाइव वायर और न्यूट्रल वायर आपस दे विच की है डायरैक्ट कॉन्टैक्ट दे विच आ गई हैं, और कदों आनगियां डायरैक्ट कॉन्टैक्ट दे विच जदों उन्हां दी जिहड़ी इंसुलेशन है ब्रेक हो चुकी है या फिर पुरानी हो चुकी है या फिर उतर चुकी है, देन उदों की है ओवरलोडिंग होएगी, और दैट हाई अमाउंट ऑफ करंट जिहड़ा सर्किट चो पास हो रहा है उन्होंने आपां की बोलते हैं शॉर्ट सर्किटिंग। सो शॉर्ट सर्किटिंग ते ड्यूरिंग अपना जिहड़ा फ्यूज है वो काम करेगा टू सेव द डिवाइसेस, सो डिवाइस नू या फिर सर्किट नू बचाने के लिए जो फ्यूज है अपना काम करेगा। प्लस एक चीज़ जो मैं पहले भी दसी है कि इत्थे केड़ा लॉ यूज हो रहा है, दैट इज द जूल्स लॉ ऑफ हीटिंग। ਉਹਦਾ ਕੀ मतलब है कि ਜਦੋਂ करंट पास ਹੁੰਦਾ है किसी कंडक्टर के थ्रू ਉਹਦਾ ਟੈਂਪਰੇਚਰ ਰਾਈਜ਼ ਹੁੰਦਾ ਹੈ, ਟੈਂਪਰੇਚਰ ਰਾਈਜ਼ ਹੋਣ ਦੇ ਨਾਲ ਕੀ ਹੈ ਇੱਕ ਐਪਰੋਪ੍ਰੀਏਟ ਟੈਂਪਰੇਚਰ ਤੇ ਜਾ ਕੇ ਇੱਕ ਪ੍ਰੋਪਰ ਟੈਂਪਰੇਚਰ ਤੇ ਜਾ ਕੇ ਉਹ ਬਰਨ ਹੋ ਜਾਂਦਾ ਹੈ। ਸੋ ਬਰਨ ਹੋਣ ਦੇ ਨਾਲ ਕੀ ਆਪਣਾ ਸਰਕਟ ਬ੍ਰੇਕ ਹੋਏਗਾ ਐਂਡ ਵੀ ਕੈਨ ਸੇਵ, ਆਪਾਂ ਬਚਾ ਸਕਦੇ ਹਾਂ ਆਪਣੇ ਡਿਵਾਈਸ ਨੂੰ, ਜਾਂ ਫਿਰ ਆਲਸੋ ਆਪਾਂ ਕੀ ਹੈ ਖੁਦ ਵੀ ਆਪਾਂ मतलब शॉक तो बच सकते हैं, बिकॉज अगर सर्किट ही ब्रेक हो गया दैन करंट अगे पास होएगा ही नहीं। सो उस तो बाद एक चीज़ मैं दसी है ओवरलोडिंग दे विच शॉर्ट सर्किटिंग की गल की है। ओवरलोडिंग का एक तो रीजन मैं दसिया है कि जो डायरैक्ट कॉन्टैक्ट दे विच आ जांदियां हन दोनों वायर्स। ओवरलोडिंग होर तरीक़िਆਂ ਨਾਲ भी हो सकती है, एक तो हो सकता है कि जो अपने को सप्लाई वोल्टेज है एक्सीडेंटली मीनस बाई चांस, सो ड्यू टू एनी केस कि जी सप्लाई वोल्टेज है वो ज़्यादा हो जाए, सो दी जो क्वांटिटी है जो दी वैल्यू है सॉरी वो ज़्यादा हो जाए, सप्लाई वोल्टेज इंक्रीज होने के नाल भी की है ओवरलोडिंग के चांसेस होंगे हैं। सो सैकेंड केस की है, फर्स्ट इज़ कि जो डायरैक्ट कॉन्टैक्ट दे विच आ जान वायर्स, सैकेंड केस की है जो सप्लाई वोल्टेज अपनी की है इंक्रीज हो जाए। थर्ड केस की हो सकता है कि अगर आप सेम सॉकेट के नाल ही की है कितने सारे अप्लायंसिस जोड़ दिए, सो एक सॉकेट है ਉਹਦੇ ਨਾਲ ਆਪਾਂ ਮਲਟੀਪਲ ਅਪਲਾਇੰਸਿਸ ਮਲਟੀਪਲ ਡਿਵਾਈਸਿਸ ਜੋੜ ਦਈਏ, ਉਸ ਕੇਸ ਦੇ ਵਿੱਚ ਵੀ ਕੀ ਹੈ ਆਪਣੀ ਓਵਰਲੋਡਿੰਗ ਹੋ ਸਕਦੀ ਹੈ। ਸੋ ਤਿੰਨ ਬੇਸਿਕ ਕੇਸਿਸ ਹਨ ਜਿਨ੍ਹਾਂ ਦੇ ਵਿੱਚ ਆਪਣਾ ਫਿਊਜ਼ ਵਰਕ ਕਰਦਾ ਹੈ। ਫਰਸਟ ਇਜ਼ ਇਨ ਕੇਸ ਆਫ ਸ਼ਾਰਟ ਸਰਕਿਟਿੰਗ, ਮਤਲਬ ਜਦੋਂ ਲਾਈਵ ਵਾਇਰ ਤੇ ਨਿਊਟਰਲ ਵਾਇਰ ਡਾਇਰੈਕਟ ਕੰਟੈਕਟ ਦੇ ਵਿੱਚ ਆ ਜਾਂਦੀਆਂ ਹਨ ਡਿਊ ਟੂ ਦਾ ਰਿਮੂਵਲ ਆਫ ਮੀਨਸ ਜੋ ਇਨਸੂਲੇਸ਼ਨ ਹੈ ਉਹ ਹਟ ਚੁੱਕੀ ਹੈ ਉਹਦੇ ਕਰਕੇ। दूसरा केस की सी कि जो जी सप्लाई वोल्टेज है एक्सीडेंटली जी ਉਹਦੀ वैल्यू है वो इंक्रीज हो जाए, ਉਹਦੇ ਨਾਲ भी की है अपनी ओवरलोडिंग हो सकती है। तीसरा केस की है कि जो अपने को जो सॉकेट है कोई एक सॉकेट के नाल आप मल्टीपल मीन बहुत सारे अप्लायंसिस या डिवाइसिस ज्वाइन कर दिए, ਉਹਦੇ ਨਾਲ भी की है अपनी ओवरलोडिंग हो सकती है। सो ये तीन केसेस ही जो अपना फ्यूज़ की है वर्क कर रहा है। सो ये अपनी जो डिस्कशन सी अबाउट द इलैक्ट्रिकल सर्किट्स ये इन्ना ही है कि बेस जो मेन वायर्स हैं दैट आर लाइव न्यूट्रल और अर्थ प्लस इन्हां दी जो इंसुलेशन है मीनस आप वायर्स नूं देख के खुद दस सकते हाँ कि अगर तुहाडे सामने वायर्स होण कि लाइव वायर किहड़ी है, न्यूट्रल किहड़ी है, अर्थ वायर किहड़ी है। सो एक ही सी अपना इस टॉपिक इहदे नाल ऑलमोस्ट तुहाडा चैप्टर की है खत्म हो रहा है। सो चैप्टर खत्म करन तो पहले ही जांदे जांदे आपां एक छोटा जिहा न्यूमेरिकल करके जावांगे। सो ये अपना क्वेश्चन है जिहदी स्टेटमेंट की है, इमेजिन दैट यू आर सिटिंग इन अ चैम्बर विद योर बैक टू वन वॉल। सो आपां चैम्बर दे विच हाँ, सो अपनी बैक है वॉल दे वाल आपां कीती है, एक वॉल वाल कीती है, इलेक्ट्रॉन बीम मूविंग हॉरिजॉन्टली फ्रॉम बैक वॉल टूवर्ड्स द फ्रंट वॉल। सो बैक टू फ्रंट का की मतलब है अगर मैं इस तरह खड़ी हाँ एक ही होएगी बैक वॉल और सामने वाली की होएगी मेरी फ्रंट वॉल। तो जो इलेक्ट्रॉन की मूवमेंट है वो किस तरह हो रही है, हॉरिजॉन्टली हो रही है फ्रॉम बैक वॉल टूवर्ड्स द फ्रंट वॉल। सो बैक टू फ्रंट इस तरह की है इलेक्ट्रॉन बीम अपनी मूव कर रही है बैक टू फ्रंट। इज डिफ्लेक्टेड बाय स्ट्रॉन्ग मैग्नेटिक फील्ड। सो उत्थे की है मैग्नेटिक फील्ड प्रेजेंट है। सो उस मैग्नेटिक फील्ड करके की है उहदे उपर की है इलेक्ट्रॉन के ऊपर फोर्स लग रही है। सो ड्यू टू दैट फोर्स जो ओ की है वो डिफ्लेक्ट हो रहा है, जो इलेक्ट्रॉन बीम है दैट इज गेटिंग डिफ्लेक्टेड, और किस डायरेक्शन वाल डिफ्लेक्ट हो रही है, टू द राइट साइड। सो आप इस तरह खड़े हाँ बैक साइड बैक वॉल फ्रंट वॉल
ਸੋ ਇਸ ਡਾਇਰੈਕਸ਼ਨ ਦੇ ਵਿੱਚ ਜੋ ਇਲੈਕਟ੍ਰੋਨ ਬੀਮ ਆ ਰਹੀ ਸੀ ਉਹਦੀ ਡਿਫਲੈਕਸ਼ਨ ਹੋਗੀ ਟੁਵਰਡਸ ਦ ਰਾਈਟ ਸਾਈਡ। ਔਰ ਆਪਾਂ ਕੀ ਕੈਲਕੂਲੇਟ ਕਰਨਾ ਹੈ, ਵੀ ਹੈਵ ਟੂ नो what is the direction of magnetic field, ਮੀਨਸ ਉੱਥੇ ਕੀ ਹੈ ਮੈਗਨੈਟਿਕ ਫੀਲਡ ਪ੍ਰੈਜ਼ੈਂਟ ਹੈ, ਉਹਦੇ ਕਰਕੇ ਹੀ ਕੀ ਜਿਹੜੀ ਇਲੈਕਟ੍ਰੋਨ ਬੀਮ ਸੀ ਉਹ ਆਪਣੀ ਡਿਫਲੈਕਟ ਹੋ ਗਈ ਫਰੋਮ ਇਟਸ ਪਾਥ। ਹੁਣ ਆਪਾਂ ਇਹ ਕੈਲਕੂਲੇਟ ਕਰਨ ਦੇ ਲਈ, ਦੇਖਣ ਦੇ ਲਈ ਕਿ ਡਾਇਰੈਕਸ਼ਨ ਕੀ ਹੋਏਗੀ, ਆਪਾਂ ਕੀ ਅਪਲਾਈ ਕਰਾਂਗੇ, ਆਪਾਂ ਰੂਲ ਅਪਲਾਈ ਕਰਾਂਗੇ ਫਲੇਮਿੰਗਸ ਲੈਫਟ ਹੈਂਡ ਰੂਲ। ਸੋ ਫਲੇਮਿੰਗਸ ਲੈਫਟ ਹੈਂਡ ਰੂਲ ਦੇ ਵਿੱਚ ਆਪਾਂ ਨੂੰ ਫਿਰ ਰਿਮਾਈਂਡ ਕਰਨਾ ਪਏਗਾ ਕਿ ਆਪਣੇ ਕੋਲ ਜੋ 3 ਫਿੰਗਰਸ ਨੇ, ਫਰਸਟ ਫਿੰਗਰ ਕੀ ਹੈ ਉਹ ਪੁਆਇੰਟ ਕਰਦੀ ਹੈ ਇਨ ਦ ਡਾਇਰੈਕਸ਼ਨ ਆਫ ਮੈਗਨੈਟਿਕ ਫੀਲਡ, मिडल फिंगर है वो पॉइंट करती है इन द डायरेक्शन ऑफ करंट, जो ए है थंब ए पॉइंट करता है इन द डायरेक्शन ऑफ मोशन ऑफ कंडक्टर या फिर जिस डायरेक्शन दे विच फोर्स लग रहा है। हुण पहला तो इलैक्ट्रॉन बीम, सो इलैक्ट्रॉन बीम ये गल मैं पहले भी की सी कि इलैक्ट्रॉन बीम की डायरेक्शन जो आप कन्वेंशनली करंट की डायरेक्शन लैंदे हाँ वो लैके चलते हाँ ऑपोजिट टू दैट ऑफ द डायरेक्शन ऑफ करंट। सो अगर इलैक्ट्रॉन बीम अपनी फ्रॉम बैकवर्ड टू फ्रंट वॉल जा रही है देन आप डायरेक्शन ऑफ करंट की लवांगे दैट इज फ्रॉम फ्रंट टूवर्ड्स द बैक, बिकॉज बाय कन्वेंशन आप लेने हाँ जी करंट की डायरेक्शन होंगी है दैट इज द डायरेक्शन ऑफ द मोशन ऑफ पॉजिटिव चार्ज। सो एक ही है नेगेटिव चार्ज, सो इस तो आप बिल्कुल ऑपोजिट लवांगे। सो डायरेक्शन ऑफ करंट की आ गई अपनी इनवर्ड्स, सो अंदर वाल अगे तो पिछे वाल। डायरेक्शन ऑफ करंट के नाल जो अपनी डिफ्लेक्शन हुई है दैट इज टू द राइट साइड। सो जो डायरेक्शन ऑफ फोर्स एक्टिंग ऑन द इलैक्ट्रॉन है वो की है टुवर्ड्स द राइट। तो इसी तरह अगर आप हुण रूल अप्लाई करिए देन अकॉर्डिंग टू दैट करंट की डायरेक्शन मिडल फिंगर, सो करंट की डायरेक्शन ए देगा इनवर्ड्स, इनू आपां इनवर्ड्स कर रहे हैं बिकॉज इलैक्ट्रॉन की डायरेक्शन बाहर वाल है, करंट की डायरेक्शन कन्वेंशनली की आएगी ऑपोजिट टू द डायरेक्शन ऑफ इलैक्ट्रॉन बीम, सो इनू आपां अंदर वाल पॉइंट करना है। नाल दी नाल आपां ये भी देखिए कि आपां हुण थंब नू किधर वाल पॉइंट करिए, थंब नू आपां पॉइंट करांगे टुवर्ड्स द राइट साइड, बिकॉज थंब आपां नू डायरेक्शन दिंदा है द मोशन ऑफ दैट थिंग या फिर द फोर्स इन द डायरेक्शन इन विच द फोर्स इज अकरिंग। सो राइट साइड वाल डिफ्लेक्शन हो रही है, उस अकॉर्डिंगली अपना थंब किधर आएगा, इस डायरेक्शन दे वाल। सो अपने को ए पोजीशन आ जाएगी, एक बार फिर शो कर रही हाँ, एक ही है मिडल फिंगर, इनू आपां शो करना है इनवर्ड्स, इनू मैं इनवर्ड शो किया है अंदर वाल, जो थंब है उन्होंने मैं राइट वाल शो किया है, दोबारा शो कर रही हाँ। सो इनू मैं इनवर्ड, इनू टुवर्ड्स राइट, सो मिडल फिंगर अंदर वाल पॉइंट कर रही है टुवर्ड्स द राइट डायरेक्शन, और जो अपने को फर्स्ट फिंगर आ रही है वो अपन की दिंदी है डायरेक्शन ऑफ मैग्नेटिक फील्ड। सो जो डायरेक्शन ऑफ मैग्नेटिक फील्ड आ रही है अकॉर्डिंग टू दिस रूल वो की आ रही है दैट इज वर्टिकली डाउनवर्ड्स। सो अपने को जो आंसर आएगा व्हाट इज द डायरेक्शन ऑफ मैग्नेटिक फील्ड, आप की लिखांगे द डायरेक्शन ऑफ मैग्नेटिक फील्ड इज। सो इत्थों आपको की पता लग गया कि आप कन्फ्यूज नहीं होना कि बिकॉज मैं दसिया सी कि फ्लेमिंग्स लैफ्ट हैंड रूल दे विच आपां नूं जो थंब है वो दिंदा है डायरेक्शन ऑफ मोशन ऑफ कंडक्टर, लेकिन क्वेश्चन इस फॉर्म च भी आ सकता है कि आपां नूं क्वेश्चन डायरेक्शन दी होवे, फोर्स की डायरेक्शन गिवन होवे और आपां नूं की है मैग्नेटिक फील्ड की डायरेक्शन कैलकुलेट करनी होवे या फिर आपां नूं की है करंट की डायरेक्शन कैलकुलेट करनी होवे। सो इस चीज़ से मतलब आप स्टिफ नहीं रवांगे, पक्के नहीं रवांगे कि ओनली जो आपां नूं क्वेश्चन दे विच डायरेक्शन ऑफ फोर्स पूछी जाएगी उदों ही आपां फ्लेमिंग्स लैफ्ट हैंड रूल अप्लाई करना है, इस तरह की गल नहीं है। कोई दो चीज़ां आपां नूं दित्तियां हन दैन आपां उन्हां दोनों तो की है तीसरी चीज़ की डायरेक्शन फाइंड आउट कर सकते हैं, जिवें कि आप इस केस दे विच कीता। सो इस केस विच अपने को जो मैग्नेटिक फील्ड की डायरेक्शन आई वो की आ रही है दैट इज वर्टिकली डाउनवर्ड। सो ये अपना एक छोटा सा न्यूमेरिकल सी, एक बार तीनों रूल्स नूं जल्दी जल्दी अगर रिवाइज करिए, रूल्स आप तीन पढ़े सी, राइट हैंड थंब रूल, फ्लेमिंग्स लैफ्ट हैंड रूल, फ्लेमिंग्स राइट हैंड रूल, और नाल दी नाल ये भी रिवाइज करिए कि कदों कदों यूज होंदे हैं। सो राइट हैंड थंब रूल, बिकॉज इस चैप्टर दे विच इन्हां रूल्स तो इलावा की है कोई भी आर्टिकल अपना कंप्लीट नहीं है। राइट हैंड थंब रूल, फ्लेमिंग्स लेफ्ट हैंड रूल, और थर्ड आप पढ़िया फ्लेमिंग्स राइट हैंड रूल। फर्स्ट ऑफ ऑल राइट हैंड थंब रूल, जो आप फाइंड आउट करनी है डायरेक्शन ऑफ मैग्नेटिक फील्ड अराउंड अ स्ट्रेट कंडक्टर कैरिंग करंट। सो इन केस ऑफ डायरेक्शन ऑफ मैग्नेटिक फील्ड कंडक्टर
ਦੈਨ ਫਲੇਮਿੰਗਸ ਲੈਫਟ ਹੈਂਡ ਰੂਲ। ਫਲੇਮਿੰਗਸ ਲੈਫਟ ਹੈਂਡ ਰੂਲ ਨੂੰ ਆਪਾਂ ਯੂਜ਼ ਕੀਤਾ ਜਦੋਂ ਆਪਾਂ ਪਤਾ ਕਰਨਾ ਸੀ ਟੂ ਨੋ ਅਬਾਊਟ ਦ ਡਾਇਰੈਕਸ਼ਨ ਆਫ ਫੋਰਸ ਐਕਟਿੰਗ ਔਨ ਕੰਡਕਟਰ। ਸੋ ਇਹ ਆਪਾਂ ਨੂੰ ਦੇਗਾ ਡਾਇਰੈਕਸ਼ਨ। और लास्ट है अपना फ्लेमिंग्स राइट हैंड रूल। सो फ्लेमिंग्स राइट हैंड रूल अपन देगा द डायरेक्शन ऑफ इंड्यूस्ड करंट इन अ कंडक्टर। सो केसेस दो हो सकते हैं, चाहे कि आप कंडक्टर ਨੂੰ मूव करवाया या फिर आप मैग्नेटिक फील्ड ਨੂੰ वेरी करवाया। सो ये तीन जो वेरी इंपॉर्टेंट रूल्स ने आप इस चैप्टर ਦੇ ਵਿੱਚ ਪੜ੍ਹੇ ਹਨ, ਉਹਨਾਂ ਨੂੰ ਮੈਂ ਥੋੜਾ ਸਮਰਾਈਜ਼ ਕੀਤਾ ਹੈ। ਰਾਈਟ ਹੈਂਡ ਥੰਬ ਰੂਲ, ਜਦੋਂ ਆਪਾਂ ਨੂੰ ਫਾਈਂਡ ਆਊਟ ਕਰਨੀ ਹੈ ਡਾਇਰੈਕਸ਼ਨ ਆਫ ਮੈਗਨੈਟਿਕ ਫੀਲਡ ਅਰਾਊਂਡ ਅ ਸਟ੍ਰੇਟ ਕੰਡਕਟਰ ਕੈਰਿੰਗ ਕਰੰਟ। ਸਟ੍ਰੇਟ ਕੰਡਕਟਰ ਜੋ ਕਰੰਟ ਪਾਸ ਹੋ ਰਿਹਾ ਹੈ ਉਹਦੇ ਅਬਾਊਟ ਜਿਹੜੀ ਮੈਗਨੈਟਿਕ ਫੀਲਡ ਪ੍ਰੋਡਿਊਸ ਹੋ ਰਹੀ ਹੈ ਉਹਦੀ ਡਾਇਰੈਕਸ਼ਨ ਕੌਣ ਦੇਗਾ? ਰਾਈਟ ਹੈਂਡ ਥੰਬ ਰੂਲ। ਫਲੇਮਿੰਗਸ ਲੈਫਟ ਹੈਂਡ ਰੂਲ, डायरेक्शन ऑफ फोर्स एक्टिंग ऑन करंट कैरिंग कंडक्टर इन मैग्नेटिक फील्ड। मैग्नेटिक फील्ड च आप एक कंडक्टर ਨੂੰ प्लेस ਕੀਤਾ ਜਿਹਦੇ ਚੋਂ करंट पास हो रहा है, देन उस कंडक्टर ਦੇ ਉੱਪਰ फोर्स लग रही है और किस डायरेक्शन फोर्स लग रही है कौन दसेगा? फ्लेमिंग्स लेफ्ट हैंड रूल। देन फ्लेमिंग्स राइट हैंड रूल, ਉਹ ਦੱਸੇਗਾ डायरेक्शन ऑफ इंड्यूस्ड करंट। इंड्यूस्ड करंट आएगा कितों? दो केसेस सी। सो एक सी कि ਜਦੋਂ ਆਪਾਂ ਕੰਡਕਟਰ ਨੂੰ ਮੂਵ ਕਰਵਾਈਏ ਇਨ ਅ ਮੈਗਨੈਟਿਕ ਫੀਲਡ ਜਾਂ ਫਿਰ ਆਪਾਂ ਕੰਡਕਟਰ ਨੂੰ ਇੱਕ ਵੇਰਿੰਗ ਮੈਗਨੈਟਿਕ ਫੀਲਡ ਦੇ ਵਿੱਚ ਪਲੇਸ ਕਰ ਦਈਏ ਐਸ ਸੱਚ। ਦੈਨ ਆਪਣੇ ਕੋਲ ਜੋ ਇੰਡਿਊਸ ਕਰੰਟ ਆਏਗਾ ਉਹਦੀ ਡਾਇਰੈਕਸ਼ਨ ਕੌਣ ਦੱਸੇਗਾ? ਦੈਟ ਵਿਲ ਬੀ ਦ ਰੂਲ ਫਲੇਮਿੰਗਸ ਰਾਈਟ ਹੈਂਡ ਰੂਲ। ਸੋ ਇਹਦੇ ਨਾਲ ਆਪਣੇ ਕੀ ਹਨ ਰੂਲਸ ਇੱਥੇ ਸਮਰਾਈਜ਼ ਹੋ ਰਹੇ ਹਨ। ਇਹ ਸਭ ਕਰਨ ਦੇ ਨਾਲ ਆਪਣਾ ਜੋ ਚੈਪਟਰ ਹੈ ਆਲਮੋਸਟ ਇੱਥੇ ਕੰਪਲੀਟ ਹੋ ਰਿਹਾ ਹੈ। ਸੋ ਬਾਕੀ ਜੋ ਨੈਕਸਟ ਚੈਪਟਰ ਹੈ ਉਹਦੀ ਗੱਲਬਾਤ ਆਪਾਂ ਅਗਲੇ ਲੈਕਚਰ ਦੇ ਵਿੱਚ ਕਰਾਂਗੇ। ਅੱਜ ਦੇ ਲਈ ਇੰਨਾ ਹੀ। ਥੈਂਕ ਯੂ।